ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਿਨ ਮਹਿ ਉਪਜੈ ਖਿਨ ਖਪੈ, ਖਿਨ ਆਵੈ ਖਿਨ ਜਾਏ। ਸ਼ਬਦ ਪਛਾਣੈ ਰਬ ਰਹੈ, ਨਾ ਤਿਸ ਕਾਲ ਸੰਤਾਏ। ਖਿਨ ਮਹਿ ਉਪਜੈ ਖਿਨ ਖਪੈ, ਖਿਨ ਆਵੈ ਖਿਨ ਜਾਏ। ਸ਼ਬਦ ਪਛਾਣੈ ਰਬ ਰਹੈ, ਨਾ ਤਿਸ ਕਾਲ ਸੰਤਾਏ। ਸਾਹਿਬ ਅਤੁਲ ਨ ਤੋਲੀਐ, ਕਥਨ ਨ ਪਾਇਆ ਜਾਏ। ਸਾਹਿਬ ਅਤੁਲ ਨ ਤੋਲੀਐ, ਕਥਨ ਨ ਪਾਇਆ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਅੰਗ 58 ਉੱਪਰ ਸੁਭਾਏਮਾਨ ਸ਼ਬਦ ਦਾ 5ਵਾਂ ਪਦਾ ਆਪ ਜੀ ਨੇ ਸਰਵਣ ਕੀਤਾ। ਪਿੱਛੇ 4 ਪਦਿਆਂ ਦੀ ਕਥਾ ਆਪਾਂ ਸਰਵਣ ਕੀਤੀ ਸੀ ਕਿ ਇਹ ਜੀਵ ਆਤਮਾ ਜਿਹੜੀ ਹੈ ਪ੍ਰਮਾਤਮਾ ਤੋਂ ਬਗੈਰ ਉਸੇ ਤਰ੍ਹਾਂ ਹੈ ਜਿਵੇਂ ਕੋਈ ਇਸਤਰੀ ਆਪਣੇ ਪਤੀ ਤੋਂ ਵਿਛੜ ਜਾਵੇ। ਸ਼ਬਦ ਦੀ ਰਮਤਾ ਸੀ ਬਿਨ ਪਿਰ ਧਨ ਸ਼ਿੰਗਾਰੀਐ, ਜੋਬਨ ਬਾਦ ਖੁਆਰ। ਮਾਲਕ ਤੋਂ ਬਗੈਰ ਜਿਵੇਂ ਕਿਸੇ ਜੀਵਨ ਦਾ, ਜਿਵੇਂ ਕਿਸੇ ਇਸਤਰੀ ਦਾ ਜੋਬਨ ਜਵਾਨੀ ਕੀਤਾ ਹੋਇਆ ਸ਼ਿੰਗਾਰ ਬੇਕਾਰ ਹੈ ਜੇ ਆਪਣੇ ਮਾਲਕ ਦੇ ਨਾਲ ਨਹੀਂ, ਮਾਲਕ ਤੋਂ ਵਿਛੜੀ ਹੋਈ ਹੈ। ਉਸੇ ਤਰ੍ਹਾਂ ਹੀ ਸਾਡਾ ਮਨੁੱਖਾ ਜੀਵਨ, ਸਾਡੀਆਂ ਸੁੱਖ ਸਹੂਲਤਾਂ, ਸਾਡੇ ਜੀਵਨ ਤੇ ਪਹਿਨੇ ਹੋਏ ਧਾਰਮਿਕ ਚਿੰਨ੍ਹ, ਇਹ ਸ਼ਿੰਗਾਰ ਹੈ ਨਾ, ਇਹ ਧਰਮ ਦੇ ਸ਼ਿੰਗਾਰ ਹਨ। ਇਹ ਸਭ ਕੁਝ ਓਨਾ ਚਿਰ ਕਿਸੇ ਕੰਮ ਦਾ ਨਹੀਂ ਜੇ ਅਸੀਂ ਮਾਲਕ ਦੇ ਨਾਲ ਦਿਲੋਂ ਮਨੋਂ ਤਨੋਂ ਜੁੜਦੇ ਨਹੀਂ। ਫਿਰ ਕੇਵਲ ਵਿਖਾਵਾ ਬਣ ਕੇ ਰਹਿ ਜਾਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿ ਰਹੇ ਸੀ ਪਿਛਲੇ ਦਿਨੀ 4ਥੇ ਪਦੇ ਦੇ ਵਿੱਚ, ਮਨ ਮਹਿ ਮਨੁਆ ਜੇ ਮਰੈ। ਜੇ ਸਾਡਾ ਮਨ ਜਗਿਆਸੂ ਰੂਪ ਇਸਤਰੀ ਦਾ ਮਨ ਹਰ ਵਕਤ ਪਦਾਰਥਾਂ ਵਿੱਚ ਜੁੜਿਆ ਰਹਿੰਦਾ ਹੈ, ਪਰ ਜੇ ਕਿਤੇ ਉਧਰੋਂ ਮੁੜ ਕੇ ਮਾਲਕ ਨਾਲ ਜੁੜ ਜਾਵੇ, ਮਾਇਆ ਵੱਲੋਂ ਮਰ ਜਾਵੇ। ਇੱਕ ਫਕੀਰ ਇਸ ਵਿਸ਼ੇ ਤੇ ਕਹਿੰਦਾ ਹੈ, ਮਰਬੇ ਮਨੁਆ ਮਰਬੇ, ਤੇਰੇ ਮਰੇ ਤੋਂ ਵਸਦਾ ਘਰ ਵੇ। ਵੀ ਮਨਾ ਜੇ ਤੂੰ ਮਰ ਜਾਵੇਂ ਫੇਰ ਮੇਰਾ ਘਰ ਵਸਦਾ। ਭਾਵ ਆਤਮਾ ਕਹਿੰਦੀ ਏ, ਮਨ ਜਿਹੜਾ ਸਾਨੂੰ ਭਟਕਾ ਰਿਹਾ, ਸਾਡੀ ਸੁਰਤ ਨੂੰ, ਸਾਡੇ ਆਤਮੇ ਨੂੰ, ਜਿੰਨਾ ਚਿਰ ਇਹ ਸੰਸਾਰ ਵੱਲੋਂ ਮਰਦਾ ਨਹੀਂ ਓਨਾ ਚਿਰ ਇਸ ਆਤਮਾ ਦਾ ਘਰ ਪਰਮੇਸ਼ਰ ਦੇ ਨਾਲ ਵਸਦਾ ਨਹੀਂ। ਮਰਵੇ ਮਨੁਆ ਮਰਵੇ, ਤੇਰੇ ਮਰੇ ਤੋਂ ਵਸਦਾ ਘਰ ਵੇ। ਤੂੰ ਮਰੇ ਤਾਂ ਸੁਹਾਗਣ ਹੋਈ, ਤੇਰੇ ਜਿਉਂਦੇ ਮਿਲੇ ਨਾ ਢੋਈ। ਭਾਵ ਉਹੀ ਚੀਜ਼ ਹੈ, ਮਨ ਮਹਿ ਮਨੁਆ ਜੇ ਮਰੈ ਤਾਂ ਫਿਰ ਰਾਵੈ ਨਾਰ। ਇਹ ਜੀਵ ਆਤਮਾ, ਜੀਵ ਇਸਤਰੀ ਤਾਂ ਹੀ ਮਾਲਕ ਦਾ ਆਨੰਦ ਮਣ ਸਕਦੀ ਹੈ ਜੇ ਇਸ ਦਾ ਮਨ ਸੰਸਾਰ ਵੱਲੋਂ ਮੁੜ ਕੇ ਇਹਦੇ ਨਾਲ ਜੁੜੇ, ਇਹਦਾ ਸਾਥ ਦੇਵੇ ਔਰ ਇਸ ਨੂੰ ਪਰਮੇਸ਼ਰ ਨਾਲ ਮਿਲਾਉਣ ਦੇ ਵਿੱਚ ਮਦਦ ਕਰੇ। ਕਿਉਂਕਿ ਮਨ ਕਰਕੇ ਅਸੀਂ ਭਟਕ ਰਹੇ ਹਾਂ। ਤੇ ਜਦੋਂ ਗੁਰੂ ਕਿਰਪਾ ਕਰਦਾ ਇਸ ਮਨ ਨੂੰ ਇਕੱਠਾ ਕਰ ਦਿੰਦਾ ਤੇ ਫਿਰ ਇਉਂ ਹੋ ਜਾਂਦਾ ਜਿਵੇਂ ਇੱਕ ਤਾਗੇ ਰਲ ਮਿਲੈ ਗਲ ਮੋਤੀਆਂ ਕਾ ਹਾਰ। ਜਿਵੇਂ ਸਾਡੇ ਗਲਾਂ ਵਿੱਚ ਕੋਈ ਮੋਤੀਆਂ ਦੀ ਮਾਲਾ ਹੋਵੇ, ਸਾਰੇ ਮੋਤੀ ਇੱਕ ਤਾਗੇ ਵਿੱਚ ਇਕੱਠੇ ਰਹਿੰਦੇ ਆ।
ਫਿਰ ਸਾਡੇ ਹਿਰਦੇ ਦੇ, ਸਾਡੇ ਸਰੀਰ ਦੇ 5 ਕਰਮ ਇੰਦਰੇ, 5 ਗਿਆਨ ਇੰਦਰੇ, 25 ਪ੍ਰਕਿਰਤੀਆਂ, 5 ਤੱਤ, ਇਉਂ 25 ਤੇ 15 40, ਇਹ 40 ਦੇ 40 ਮੜ ਕੇ ਜਦ ਇੱਕ ਨਾਮ ਦੇ ਵਿੱਚ ਪਰੋਏ ਜਾਣ, ਕੰਨ ਸੁਣਨ, ਜੇਬਾ ਉਚਾਰਨ ਕਰੇ, ਨੇਤਰ ਦਰਸ਼ਨ ਕਰਨ। ਜਿਵੇਂ ਆਪਾਂ ਮਾਨੋ ਜੀਭ ਨਾਲ ਉਚਾਰਨ ਕਰ ਰਹੇ ਹਾਂ, ਜਿੱਥੋਂ ਇਹ ਆਵਾਜ਼ ਪੈਦਾ ਹੋ ਕੇ ਮੂੰਹ ਚੋਂ ਬਾਹਰ ਆਉਂਦੀ ਹੈ ਉੱਥੇ ਅੱਖਾਂ ਦੇ ਨਾਲ ਦੇਖਣਾ, ਆਪਣੇ ਚਿਹਰੇ ਤੇ ਆਪਣੇ ਆਪ ਨੂੰ ਦੇਖਣਾ, ਇਹਨੂੰ ਕਹਿੰਦੇ ਆ ਸਰੂਪ ਦਾ ਧਿਆਨ ਧਰਨਾ, ਔਰ ਆਪਣੇ ਕੰਨਾਂ ਦੇ ਨਾਲ ਉਸ ਆਵਾਜ਼ ਨੂੰ ਸੁਣਨਾ। ਜਿਵੇਂ ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਜਦੋਂ ਅਸੀਂ ਜਪਦੇ ਜਪਦੇ ਇਹਨੂੰ ਸੁਣਨ ਲੱਗ ਜਾਵਾਂਗੇ, ਜਪਦੇ ਹੋਏ ਆਪਣੇ ਧਿਆਨ ਨੂੰ ਇਹਦੇ ਉੱਤੇ ਇਕੱਤਰ ਕਰਾਂਗੇ, ਕੰਟਰੋਲ ਕਰਾਂਗੇ, ਤਾਂ ਫਿਰ ਇਹ ਮਨ ਵਿੱਚੋਂ ਜਿਹੜੀ ਸੰਸਾਰ ਦੀ ਮਨੌਤ ਹੈ, ਕਰਮਕਾਂਡ, ਪਖੰਡ ਆਦਿ, ਇਹ ਸਭ ਖਤਮ ਹੋ ਜਾਣਗੇ। ਮਨ ਮੈਂ ਮਨੁਆ ਜੇ ਮਰੈ ਤਾਂ ਫਿਰ ਰਾਵੈ ਨਾਰ, ਇੱਕ ਤਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ। ਫਿਰ ਇਹ ਆਤਮਾ ਪਰਮੇਸ਼ਰ ਦੇ ਨਾਲ ਇਉਂ ਮਿਲ ਜਾਵੇਗੀ ਜਿਵੇਂ ਮੋਤੀ ਇੱਕ ਦੂਜੇ ਨਾਲ ਇਕੱਠੇ ਹੋ ਜਾਂਦੇ ਆ ਤਾਗੇ 'ਚ ਪਾਏ ਹੋਏ, ਇਕੱਲੇ ਇਕੱਲੇ ਹੋਣ ਤਾਂ ਖਿੰਡ ਜਾਂਦੇ ਆ। ਜਿਵੇਂ ਸਾਡੀ ਸੁਰਤ ਹੁਣ ਖਿੰਡੀ ਫਿਰਦੀ ਹੈ, ਸਰੀਰ ਕਰਕੇ ਇੱਥੇ ਬੈਠੇ ਆ, ਸੁਰਤ ਕਰਕੇ ਕਿਧਰੇ ਹੋਰ ਹੀ ਤੁਰੇ ਫਿਰਦੇ ਰਹਿੰਦੇ ਆ, ਇਹਨੂੰ ਕਹਿੰਦੇ ਆ ਖਿੰਡਾਓ। ਪਰ ਜਦੋਂ ਗੁਰੂ ਕਿਰਪਾ ਕਰਦਾ ਤੇ ਫਿਰ ਇਹ ਇਕੱਠਾ ਹੁੰਦਾ ਹੈ। ਜਦੋਂ ਇਹ ਮਨ ਰੂਪੀ ਖਸਮ ਮਰ ਜਾਂਦਾ, ਭਾਵ ਸੰਸਾਰ ਵੱਲੋਂ ਮੁੜ ਪੈਂਦਾ, ਆਪਣੇ ਆਪੇ ਵਿੱਚ ਇਕੱਠਾ ਹੁੰਦਾ ਹੈ। ਜਿਸ ਤਰ੍ਹਾਂ ਜਪਜੀ ਸਾਹਿਬ ਦਾ ਇੱਕ ਬਚਨ ਯਾਦ ਆਇਆ, ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੈ ਜਾਹੇ। ਇਹ ਮਨ ਪਰਮੇਸ਼ਰ ਦੀ ਸਿਫਤ ਵਿੱਚ ਇਉਂ ਸਿਉਂਤਾ ਗਿਆ, ਜਿਵੇਂ ਆਹ ਕੱਪੜਾ ਸਿਉਂਤਾ ਹੋਇਆ ਨਾ, ਕਈ ਟੋਟੇ ਕਰਕੇ ਇਕੱਠੇ ਕੀਤੇ ਤੇ ਕੁੜਤਾ ਬਣ ਗਿਆ। ਇਸੇ ਤਰ੍ਹਾਂ ਹੀ ਇਹ ਜਿਹੜਾ ਮਨ ਦੇ ਸਾਰੇ ਟੋਟੇ ਜਿਹੜੇ ਇਹਨੇ ਹੋ ਗਏ, ਹਜ਼ਾਰਾਂ ਟੋਟੇ ਹੋਏ, ਕੋਈ ਯਹਾਂ ਗਿਰਾ ਕੋਈ ਵਹਾਂ ਗਿਰਾ, ਮਤਲਬ ਥੋੜ੍ਹਾ ਜਿਹਾ ਬੱਚਿਆਂ 'ਚ ਮੋਹ ਹੈ, ਥੋੜ੍ਹਾ ਜਿਹਾ ਇਸਤਰੀ 'ਚ ਮੋਹ ਹੈ, ਥੋੜ੍ਹਾ ਜਿਹਾ ਕੋਠੀ 'ਚ ਮੋਹ ਹੈ, ਥੋੜ੍ਹਾ ਜਿਹਾ ਸੰਪਤੀ 'ਚ ਮੋਹ ਹੈ, ਥੋੜ੍ਹਾ ਜਿਹਾ ਦੋਸਤਾਂ ਮਿੱਤਰਾਂ 'ਚ ਮੋਹ ਹੈ। ਇਹਦੇ ਨਾਲ ਮਨ ਦਾ ਖੰਡਾਓ ਬਣ ਗਿਆ ਤੇ ਗੁਰੂ ਕਹਿੰਦੇ ਇਹਨੂੰ ਇਕੱਠਾ ਕਰ। ਇਹ ਮਾਰ ਦੁਨੀਆ ਦੇ ਵੱਲੋਂ। ਮਨ ਮੈਂ ਮਨੁਆ ਜੇ ਮਰੈ ਤਾਂ ਫਿਰ ਰਾਵੈ ਨਾਰ, ਇਕਤ ਤਾਗੈ ਰਲ ਮਿਲੈ। ਫਿਰ ਸੁਰਤ ਰੂਪੀ, ਸ਼ਬਦ ਰੂਪੀ ਇਹ ਤਾਗਾ ਹੈ ਤੇ ਇਹਦੇ ਵਿੱਚ ਮਨ ਰੂਪੀ ਮੋਤੀ, ਭਾਵ ਇੰਦਰੀਆਂ, ਕਰਮ ਇੰਦਰੇ, ਗਿਆਨ ਇੰਦਰੇ, 5 ਤੱਤ, 25 ਪ੍ਰਕਿਰਤੀਆਂ, ਇਹ 40 ਜਣੇ ਆ ਤੇ ਬਾਹਰ 40 ਸੇਰ ਦਾ ਮਨ ਹੈ ਤੇ ਅੰਦਰ ਜਦੋਂ ਇਹ 40 ਦੇ 40 ਇੱਕ ਪੁਆਇੰਟ ਤੇ ਇਕੱਠੇ ਹੋਣਗੇ ਤਾਂ ਇਹਨੂੰ ਵੀ ਮਨ ਕਹਿੰਦੇ ਆ। ਕੋ ਸਤਨਾਮ ਸ੍ਰੀ ਪ੍ਰੀਤਮ ਜੀ ਕਹਿੰਦੇ ਜਦੋਂ ਇਹ ਇਕੱਠਾ ਹੋ ਜਾਵੇ ਮੋਤੀਆਂ ਦੇ ਹਾਰ ਦੀ ਤਰ੍ਹਾਂ, ਸੰਤ ਸਭਾ ਸੁਖ ਉਪਜੈ। ਫਿਰ ਸੰਗਤ ਵਿੱਚ ਬੈਠ ਕੇ, ਸੰਤਾਂ ਦੀ ਸਭਾ 'ਚ ਭਾਵ ਸੰਗਤ ਵਿੱਚ ਬੈਠ ਕੇ, ਗੁਰੂ ਦੇ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਫਿਰ ਸੰਤ ਸਭਾ ਸੁਖ ਉਪਜੈ, ਫਿਰ ਇਹਨੂੰ ਆਨੰਦ ਪ੍ਰਾਪਤ ਹੋ ਸਕਦਾ। ਗੁਰਮੁਖ ਨਾਮ ਆਧਾਰ, ਜਦੋਂ ਗੁਰੂ ਦੇ ਦੱਸੇ ਹੋਏ ਨਾਮ ਦਾ ਆਸਰਾ ਲੈ ਕੇ ਚੱਲੇਗਾ। ਸਾਨੂੰ ਗੁਰੂ ਨੇ ਨਾਮ ਦੱਸਿਆ ਬਈ ਤੁਸੀਂ ਵਾਹਿਗੁਰੂ ਵਾਹਿਗੁਰੂ ਜਪਿਆ ਕਰੋ, ਬਸ ਇਸ ਨੂੰ ਆਪਣਾ ਆਸਰਾ ਆਧਾਰ ਬਣਾ ਲਓ। ਜਿਵੇਂ ਨਾਮਦੇਵ ਜੀ ਕਹਿੰਦੇ ਮੇਰਾ ਨਾਮ ਹੀ ਆਸਰਾ ਹੈ। ਜਿਸ ਤਰ੍ਹਾਂ ਅੰਨੇ ਦੀ ਸੋਟੀ ਹੁੰਦੀ ਹੈ, ਜਿਵੇਂ ਅੰਨੇ ਕੋਲ ਸੋਟੀ ਹੁੰਦੀ ਆ, ਉਹ ਸੋਟੀ ਦੇ ਸਹਾਰੇ ਚੱਲਦਾ ਹੈ ਤੇ ਇਹ ਜੀਵ ਆਤਮਾ ਦਾ ਇੱਕ ਆਪਣੇ ਘਰ ਜਾਣ ਦਾ ਜਿਹੜਾ ਹੈ ਟੋਹਣੀ, ਸੋਟੀ ਜਿਹੜੀ ਹੈ ਉਹ ਪਰਮੇਸ਼ਰ ਦਾ ਨਾਮ ਹੈ।
ਜਦੋਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਬੈਠ ਕੇ ਗੁਰੂ ਵਾਲਾ ਬਣ ਕੇ ਨਾਮ ਨੂੰ ਜਪੇਗਾ ਤਾਂ ਉਹਦੇ ਵਿੱਚ ਮਿਲ ਜਾਵੇਗਾ। ਨਾਲ ਹੀ ਸੰਸਾਰ ਦਾ ਹਾਲ ਵੀ ਲਿਖ ਦਿੱਤਾ, ਇਹ ਦੁਨੀਆ ਜਿਹੜੀ ਹੈ ਖਿਨ ਮੈਂ ਉਪਜੈ ਖਿਨ ਖਪੈ। ਇਹ ਦੁਨੀਆ ਹਰ ਛਿਨ ਮਰਦੀ ਹੈ, ਹਰ ਛਿਨ ਜੰਮਦੀ ਹੈ। ਸਾਡਾ ਮਨ ਇੱਕ ਮਿੰਟ ਨਹੀਂ ਟਿਕਦਾ ਕਿਤੇ, ਤਾਂ ਮਾਨੋ ਇਹ ਜੰਮਣ ਮਰਨ ਦੇ ਚੱਕਰ 'ਚ ਪਿਆ ਹੋਇਆ, ਕਦੇ ਕਿਤੇ ਕਦੇ ਕਿਤੇ। ਕਬਹੂ ਜੀਅੜਾ ਊਬ ਚੜ੍ਹਤ ਹੈ ਆਕਾਸ਼ਾਂ ਵਿੱਚ, ਕਵੇ ਬੜੇ ਹੰਕਾਰ ਦੇ ਵਿੱਚ ਹੁੰਦਾ, ਮੇਰੇ ਵਰਗਾ ਕਿਹੜਾ। ਕਬਹੂ ਜਾਏ ਪਿਆਲਾ, ਕਦੇ ਹੀਨ ਭਾਵਨਾ ਵਿੱਚ ਜਮੇ ਮਰ ਗਿਆ। ਜਦੋਂ ਕੋਈ ਚੀਜ਼ ਹੱਥ ਨਾ ਆਵੇ ਫਿਰ ਦੁਖੀ ਹੁੰਦਾ, ਕਦੇ ਹੰਕਾਰ ਵਿੱਚ ਕਦੇ ਹੀਨ ਭਾਵਨਾ ਵਿੱਚ। ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲਾ। ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੈ। ਇਹ ਲਾਲਚੀ ਮਨ ਜਿਹੜਾ ਸਾਡਾ ਟਿਕਦਾ ਨਹੀਂ, ਚਾਰੇ ਦਿਸ਼ਾਵਾਂ ਵਿੱਚ, ਉੱਪਰ ਹੇਠਾਂ ਚਾਰੇ ਕੋਣ ਦਸ਼ਾਂ ਦਿਸ਼ਾਵਾਂ ਵਿੱਚ ਭਟਕਦਾ ਰਹਿੰਦਾ ਹੈ, ਇੱਕ ਮਿੰਟ ਵੀ ਟਿਕਦਾ ਨਹੀਂ। ਖਿਨ ਮਹਿ ਉਪਜੈ ਖਿਨ ਖਪੈ, ਖਿਨ ਆਵੈ ਖਿਨ ਜਾਏ, ਇੱਕ ਛਿਨ ਵੀ ਟਿਕਦਾ ਨਹੀਂ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ। ਤੂੰ ਆਪ ਹੀ ਸਭ ਕੁਝ ਹੈ। ਮਨੁੱਖ ਨੂੰ ਇਹ ਵੀ ਕਹਿ ਦਿੱਤਾ, ਦੇਖੋ ਕਿੰਨੀ ਅਥਾਰਟੀ ਦਿੱਤੀ, ਕਿ ਤੂੰ ਹੀ ਪਰਮੇਸ਼ਰ ਦੀ ਅੰਸ਼ ਹੈ। ਤੂੰ ਆਪਣੇ ਆਪ ਨਾਲ ਜੁੜ ਕੇ ਪਰਮੇਸ਼ਰ ਹੋ ਸਕਦਾ ਹੈ। ਹਰ ਕਾ ਸੇਵਕ ਸੋ ਹਰ ਜਿਹਾ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ। ਆਪੇ ਦੇਖੈ ਆਪੇ ਬੂਝੈ, ਆਪੇ ਹੈ ਬਣਜਾਰਾ। ਅੰਧਲਾ ਨੀਚ ਜਾਤ ਪਰਦੇਸੀ। ਇਹ ਮਨ ਨੂੰ ਕਿਹਾ ਅੰਧਾ ਨੀਚ, ਮਾੜੇ ਕੰਮ ਕਰਨ ਕਰਕੇ। ਮਨ ਰਾਜਾ ਮਨ ਮੰਗਤਾ। ਇਹ ਮਨ ਰਾਜਾ ਇਸ ਕਰਕੇ ਹੈ, ਜਦੋਂ ਇਹ ਪਰਮੇਸ਼ਰ ਨਾਲ ਜੁੜ ਜਾਵੇ ਤੇ ਇਸਰੀ ਸ੍ਰਿਸ਼ਟੀ ਦਾ ਮਾਲਕ ਹੈ। ਪਰ ਦਰ ਦਰ ਦਾ ਮੰਗਤਾ ਹੋਣ ਕਰਕੇ ਇਹੀ ਮਨ ਮੰਗਤਾ ਬਣਿਆ ਫਿਰਦਾ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣਹਾਰਾ। ਆਪੇ ਦੇਖੈ ਆਪੇ ਬੂਝੈ, ਆਪੇ ਹੈ ਬਣਜਾਰਾ। ਅੰਧਲਾ ਨੀਚ ਜਾਤ ਪਰਦੇਸੀ। ਆਪਣੇ ਸਰੂਪ ਨੂੰ ਛੱਡ ਕੇ, ਆਪਣੇ ਸਰੀਰ ਨੂੰ ਛੱਡ ਕੇ ਜਦੋਂ ਇਹ ਬਾਹਰ ਨਿਕਲਦਾ, ਸੁਰਤ ਕਰਕੇ, ਸ਼ਬਦ ਕਰਕੇ, ਜਦੋਂ ਇਹ ਬਾਹਰ ਨਿਕਲਦਾ, ਅੰਧਲਾ ਨੀਚ ਜਾਤ ਪਰਦੇਸੀ। ਖਿਨ ਆਵੈ ਤਿਲ ਜਾਵੈ, ਛਿਨ ਕੇ ਇੱਥੇ ਖੜਾ, ਛਿਨ ਕੇ ਇੱਥੇ ਖੜਾ ਕਥਾ ਦੇ ਵਿੱਚ। ਅਗਲੇ ਛਿਨ ਹੀ ਘਰੇ ਚਲਿਆ ਗਿਆ, ਚਲੀਏ ਟਾਈਮ ਹੋ ਗਿਆ, ਕੋ ਸਤਨਾਮ ਸ੍ਰੀ। ਬਸ ਇੱਕ ਮਿੰਟ ਨਹੀਂ ਖੜਦਾ ਕਿਤੇ ਇੱਕ ਥਾਂ ਤੇ। ਖਿਨ ਆਵੈ ਤਿਲ ਜਾਵੈ, ਤਾਂ ਕਿ ਸੰਗਤ ਨਾਨਕ ਰਹਿੰਦਾ ਭਲਿਆ। ਉਹ ਪਰਮੇਸ਼ਰ ਤਾਂ ਹਮੇਸ਼ਾ ਤੇਰੇ ਨਾਲ ਹੈ। ਕਿਉਂ ਕਰ ਮੂੜਾ ਪਾਵੇ, ਪਰ ਨਾਲ ਵੇਖੇ ਤਾਂ ਫੇਰ ਹੀ ਹੈ, ਬਾਹਰੋਂ ਲੱਭਦਾ। ਕਿਉਂਕਿ ਇਹਦੀ ਫਿਤਰਤ, ਇਹਦਾ ਸੁਭਾਅ ਬਣ ਚੁੱਕਿਆ ਵੀ ਮੈਨੂੰ ਸਭ ਕੁਝ ਬਾਹਰੋਂ ਮਿਲਦਾ, ਸ਼ਾਇਦ ਪਰਮੇਸ਼ਰ ਵੀ ਬਾਹਰੋਂ ਮਿਲੇਗਾ, ਪਰ ਉਲਟ ਹੈ, ਪਰਮੇਸ਼ਰ ਇਹਦੇ ਅੰਦਰ ਹੈ। ਕਹੋ ਸਤਨਾਮ। ਅਤ ਕਥਨੀ ਨਹੀਂ ਹੈ ਜੇ ਮੈਂ ਕਹਿ ਦੇਵਾਂ ਕਿ ਇਹ ਖੁਦ ਹੀ ਪਰਮੇਸ਼ਰ ਸੀਗਾ, ਪਰ ਇਹਨੂੰ ਭੁਲੇਖਾ ਪੈ ਗਿਆ ਤੇ ਭੁਲੇਖੇ ਕਰਕੇ ਕਿ ਰਾਜ ਪੁੱਤਰ ਹੁੰਦਾ ਹੋਇਆ ਆਪਣੇ ਆਪ ਨੂੰ ਦਰ ਦਰ ਦਾ ਮੰਗਤਾ ਬਣਾਈ ਫਿਰਦਾ ਹੈ ਤੇ ਟੇਢੀਆਂ ਜੂਨਾਂ ਵਿੱਚ ਭਟਕਣਾ ਪੈ ਗਿਆ। ਜਿਵੇਂ ਕੋਈ ਬੱਚਾ ਛੋਟਾ ਹੁੰਦਾ, ਮਾਂ ਪਿਓ ਤੋਂ ਵਿਛੜ ਜਾਵੇ, ਮਾਂ ਪਿਓ ਕਿਧਰੇ ਤੇ ਬੱਚਾ ਕਿਧਰੇ, ਅਮੀਰੀ ਦੇ ਵਿੱਚ ਮਾਂ ਪਿਓ ਗੁਜ਼ਰਦੇ ਆ ਪਰ ਬੱਚਾ ਮੰਗਤਾ ਬਣਿਆ ਹੋਵੇ, ਉਹ ਹਾਲ ਸਾਡੀ ਹੈ। ਅਸੀਂ ਪਰਮੇਸ਼ਰ ਰੂਪੀ ਮਹਾਰਾਜ ਤੋਂ, ਪਰਮੇਸ਼ਰ ਤੋਂ ਵਿਛੜੇ ਹੋਏ ਰਾਜਕੁਮਾਰ ਹਾਂ ਉਸਦੇ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਸਾਨੂੰ ਇੱਥੋਂ ਦੇ ਰਾਜੇ ਬਣਾ ਕੇ ਭੇਜਿਆ। ਅਵਰ ਜੋਨ ਤੇਰੀ ਪਨਿਹਾਰੀ, ਬਾਕੀ ਜੋਨਾਂ ਤੇਰਾ ਪਾਣੀ ਭਰਨਗੀਆਂ, ਭਰਦੀਆਂ ਵੀ ਆ। ਮਨੁੱਖ ਨੇ ਸਾਰੀਆਂ ਜੋਨਾਂ ਨੂੰ ਆਪਣੇ ਕਾਬੂ 'ਚ ਕੀਤਾ ਹੋਇਆ। ਅਵਰ ਜੋਨ ਤੇਰੀ ਪਨਿਹਾਰੀ, ਅਵ ਤੂੰ ਸੀਜ ਭਾਵੇਂ ਨਹੀਂ ਸੀਜਿਆ, ਹੁਣ ਤੂੰ ਮੰਨ ਜਾਂ ਨਾ ਮੰਨ। ਕਾਰਜ ਸਵਲੇ ਮਨ ਪ੍ਰਭ ਧਿਆਈ ਜੈ, ਕਾਰਜ ਤਾਂ ਰਾਹ ਸੌਣੇ ਆ ਜੇ ਤੂੰ ਮਾਲਕ ਨੂੰ ਸਿਮਰੇਗਾ। ਪ੍ਰੀਤਮ ਜੀ ਕਹਿੰਦੇ ਇਹ ਮਨ ਜਿਹੜਾ ਹੈ, ਖਿਨ ਮੈਂ ਉਪਜੈ ਖਿਨ ਖਪੈ, ਖਿਨ ਆਵੈ ਖਿਨ ਜਾਹੇ, ਇਹ ਭਟਕਣਾ ਵਿੱਚ ਪਿਆ ਹੋਇਆ ਹੈ। ਟਿਕੂਗਾ ਕਿਵੇਂ? ਸ਼ਬਦ ਪਛਾਣੈ ਰਵ ਰਹਿ, ਸ਼ਬਦ ਨਾਲ ਜੁੜ ਕੇ, ਸ਼ਬਦ ਦੇ ਵਿੱਚ ਰਮ ਜਾਵੇ। ਜਿਵੇਂ ਖੇਤਾਂ ਵਿੱਚ ਪਾਣੀ ਰਮ ਜਾਂਦਾ ਹੈ, ਜਿਵੇਂ ਬਰੀਕ ਕਣੀ ਦਾ ਮੀਂਹ ਜਿਹੜਾ ਹੁੰਦਾ ਹੈ ਗੁਰੂ ਪਿਆਰੋ, ਛੱਤਾਂ ਵਿੱਚ ਵੀ ਰਮ ਜਾਂਦਾ, ਪੱਕੀਆਂ ਛੱਤਾਂ ਵਿੱਚ। ਇਹਨੂੰ ਕਹਿੰਦੇ ਆ ਰਮਣਾ, ਮਿਕਸ ਹੋ ਜਾਣਾ, ਘਿਓ ਖਿਚੜੀ ਹੋ ਜਾਣਾ। ਪ੍ਰੀਤਮ ਜੀ ਕਹਿੰਦੇ ਜਿਸ ਤਰ੍ਹਾਂ ਸ਼ਬਦ ਜਿਹੜਾ ਹੈ ਇਸ ਤਰ੍ਹਾਂ ਲੈ ਕਰਕੇ ਮਨ ਜਦੋਂ ਇਹਦੇ ਵਿੱਚ ਮਿਲ ਜਾਵੇ,
ਸ਼ਬਦ ਪਛਾਣੈ ਰਮ ਰਹੈ। ਜਿਹੜੀ ਇਹਦੀ ਭਟਕਣਾ ਹੈ ਉਹ ਖਤਮ ਹੋ ਸਕਦੀ ਹੈ ਜੇ ਸ਼ਬਦ ਨਾਲ ਜੁੜ ਕੇ ਇਹਦੇ ਵਿੱਚ ਲੁਕ ਜਾਵੇ। ਨਾ ਤਿਸ ਕਾਲ ਸੰਤਾਏ, ਉਹਨੂੰ ਕਦੇ ਵੀ ਮੌਤ ਨਹੀਂ ਮਾਰ ਸਕਦੀ, ਕਾਲ ਨਹੀਂ ਮਾਰ ਸਕਦਾ। ਅਫਲਾਤੂ ਹੋਇਆ ਇੱਕ, ਅਫਲਾਤੂਨ ਵੀ ਕਹਿ ਦਿੰਦੇ ਆ, ਅਫਲਾਤੂ ਵੀ ਕਹਿ ਦਿੰਦੇ ਆ। ਉਹਨੇ ਮੌਤ ਤੋਂ ਬਚਣ ਵਾਸਤੇ ਗੁਰੂ ਪਿਆਰਿਓ ਬੜੀ ਸਿਆਣਪ ਵਰਤੀ। ਆਪਣੇ ਵਰਗੀਆਂ ਅਨੇਕਾਂ ਹੀ ਪੱਥਰ ਦੀਆਂ ਮੂਰਤੀਆਂ ਬਣਾ ਕੇ ਕੰਧ ਨਾਲ ਖੜੀਆਂ ਕਰਤੀਆਂ, ਸੈਂਕੜੇ ਇਨ ਬਿਨ ਉਹ ਜੇ ਬੁੱਤ ਬਣਾ ਲਏ, ਕੰਧ ਨਾਲ ਖੜੇ ਕਰਤੇ ਤੇ ਆਪ ਵੀ ਉਹਨਾਂ ਦੇ ਵਿੱਚ ਜੇ ਖੜਾ ਹੋ ਗਿਆ, ਵਿਚਾਲੇ ਜੇ ਹੋ ਗਏ। ਕਹਿੰਦੇ ਜਦੋਂ ਉਸ ਨੂੰ ਪਤਾ ਲੱਗਿਆ ਕਿ ਮੇਰੀ ਮੌਤ ਦਾ ਸਮਾਂ ਨੇੜੇ ਆ, ਉਹਨਾਂ ਦੇ ਵਿੱਚ ਖੜ ਗਿਆ ਜਾ ਕੇ। ਜਮਦੂਤ ਭੇਜੇ ਧਰਮਰਾਜ ਨੇ, ਕਹਿੰਦੇ ਜਾਓ ਅਫਲਾਤੂ ਨੂੰ ਲਿਆਓ। ਜਦ ਅਫਲਾਤੂ ਨੂੰ ਲੈਣ ਆਏ ਤੇ ਉੱਥੇ ਇੱਕੋ ਜਿਹੇ ਕਈ ਸੈਂਕੜੇ ਬੰਦੇ ਖੜੇ, ਬੁੱਤ ਖੜੇ। ਉਹਨਾਂ ਨੂੰ ਵੀ ਕਹਿੰਦੇ ਉਹਨੇ ਭੁਲੇਖਾ ਪਾਤਾ ਇੱਕ ਵਾਰੀ ਆਪਣੀ ਸਿਆਣਪ ਨਾਲ, ਉਹ ਫੜ ਨਾ ਸਕੇ ਵੀ ਇਹਨਾਂ ਚੋਂ ਕਿਹੜਾ ਅਫਲਾਤੂ ਹੈ, ਸਾਰੇ ਇੱਕੋ ਜਿਹੇ ਨੇ। ਉਹ ਧਰਮਰਾਜ ਨੂੰ ਕਹਿੰਦੇ ਵੀ ਇੱਥੇ ਤਾਂ ਸਾਰੇ ਇੱਕੋ ਜਿਹੇ ਸੈਂਕੜੇ ਬੰਦੇ ਆ, ਇਹਨਾਂ ਚੋਂ ਕਿਹੜਾ ਲੈ ਕੇ ਆਉਣਾ ਅਫਲਾਤੂ। ਕਹਿੰਦੇ ਧਰਮਰਾਜ ਨੇ ਦੇਖਿਆ ਵੀ ਬੜੀ ਚਲਾਕੀ ਕਰਦਾ ਮੌਤ ਤੋਂ ਬਚਣ ਵਾਸਤੇ। ਕਹਿਣ ਲੱਗਿਆ ਵੀ ਇੱਦਾਂ ਕਰੋ, ਤੁਸੀਂ ਇਹਨਾਂ ਬੁੱਤਾਂ ਨੂੰ ਸਲਾਹੁਣਾ ਸ਼ੁਰੂ ਕਰੋ, ਬਈ ਕਿੰਨੇ ਸੁੰਦਰ ਹੈ, ਵਾਹ ਵੇ ਵਾਹ, ਕਮਾਲ ਕਰਤੀ, ਆਹ ਤਾਂ ਬੜੇ ਸੋਹਣੇ ਬਣੇ ਆ, ਕਿਸੇ ਕਲਾਕਾਰ ਨੇ, ਪੇਂਟਰ ਨੇ ਵਧੀਆ ਬਣਾਏ ਆ। ਕਹਿੰਦੇ ਇੱਕ ਦਾ ਜਾ ਕੇ ਕਹਿ ਦਿਓ ਵੀ ਇਹ 'ਚ ਨੁਕਸ ਆ, ਤੇ ਇੰਨਾ ਤੁਹਾਡੇ ਕਹਿਣ ਦੀ ਦੇਰ ਆ, ਉਹ ਫਟ ਬਾਹਰ ਆ ਜਾਊਗਾ, ਕਹੋ ਸਤਨਾਮ ਸ੍ਰੀ, ਜਿਹੜਾ ਅਸਲੀ ਹੈ। ਕਹਿੰਦੇ ਗਏ ਵੀ ਕਮਾਲ ਕਰਤੀ, ਕਿੱਡੇ ਸੋਹਣੇ ਬਣੇ ਆ ਯਾਰ, ਆ ਵੀ ਬੜਾ ਸੋਹਣਾ ਬਣਿਆ, ਜਮਾਂ ਹੀ ਭੋਰਾ ਹੀ ਫਰਕ ਨਹੀਂ, ਜਮਾਂ ਬੰਦੇ ਵਰਗਾ ਲੱਗਦਾ। ਚੱਲਦੇ ਚੱਲਦੇ ਇੱਕ ਥਾਂ ਤੇ ਕਹਿੰਦੇ ਯਾਰ ਇਹਦਾ ਇਹ 'ਚ ਨੁਕਸ ਹੈ। ਕਹਿੰਦੇ ਕੀ ਨੁਕਸ ਹੈ? ਕਹਿੰਦੇ ਇਹਦਾ ਨੱਕ ਵਿੰਗਾ ਹੈ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ, ਉਹਨਾਂ ਬੁੱਤਾਂ ਦੇ ਵਿੱਚੋਂ ਭੱਜ ਕੇ ਬਾਹਰ ਨਿਕਲ ਆਇਆ। ਕਹਿੰਦਾ ਕਿੱਥੋਂ ਵਿੰਗਾ, ਮੈਨੂੰ ਵਿਖਾਓ। ਬਸ ਕਹਿੰਦੇ ਆ ਜਾ, ਤੇਰਾ ਹੀ ਵਿੰਗਾ ਕਰਨਾ ਹੈ। ਤੇ ਫੜ ਕੇ ਗਿੱਚੀ ਬਰੋੜੀ ਔਰ ਜਾਨ ਕੱਢ ਕੇ ਲੈ ਗਏ। ਬੰਦਾ ਮੌਤ ਤੋਂ ਬਚਣ ਦੀਆਂ ਬੜੀਆਂ ਕੋਸ਼ਿਸ਼ਾਂ ਕਰਦਾ, ਪਰ ਜੇ ਲੁਕੇ ਸ਼ਬਦ ਵਿੱਚ, ਸੁਰਤ ਸ਼ਬਦ ਵਿੱਚ ਮਿਕਸ ਹੋ ਸਕਦੀ ਹੈ। ਲੁਕਣ ਵਾਸਤੇ ਇੱਕੋ ਹੀ ਵਧੀਆ ਟਿਕਾਣਾ ਹੈ, ਗੁਰੂ ਦੇ ਸ਼ਬਦ ਵਿੱਚ ਰਮ ਜਾਣਾ। ਫਿਰ ਤੈਨੂੰ ਕਾਲ ਨਹੀਂ ਫੜ ਸਕੇਗਾ, ਫਿਰ ਤੈਨੂੰ ਜਮਲੂਤ ਨਹੀਂ ਲੱਭ ਸਕਣਗੇ। ਜਿਸ ਤਰ੍ਹਾਂ ਭਾਈ ਮਹਾਂ ਸਿੰਘ ਦਾ ਜਿਹੜਾ ਧਿਆਨ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਪਿਆ। ਸ੍ਰੀ ਮੁਕਤਸਰ ਸਾਹਿਬ ਦੀ ਜੰਗ ਵਿੱਚ, ਤੇ ਉਹਦਾ ਖਿਆਲ ਕੀ ਹੈ ਕਿ ਜਿਹੜਾ ਮਾਝੇ ਦੇ ਲੋਕਾਂ ਨੇ, ਸਾਡੇ ਲੋਕਾਂ ਨੇ ਜਿਹੜਾ ਵਿਦਾਵਾ ਲਿਖ ਕੇ ਦੇ ਦਿੱਤਾ, ਉਹ ਵਿਦਾਵਾ ਪੜਵਾਉਣਾ ਹੈ। ਪਰ ਜੰਗ ਦੇ ਵਿੱਚ ਚਲੇ ਗਏ। ਜੰਗ ਦੇ ਵਿੱਚ ਗੁਰੂ ਪਿਆਰੋ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ, ਬਹੁਤ ਸਾਰੇ ਤੁਰਕ ਵੀ ਮਾਰੇ ਗਏ, ਬਹੁਤ ਸਾਰੇ ਪਹਾੜੀਏ ਵੀ ਖਤਮ ਹੋ ਗਏ। ਅਖੀਰ ਥੱਕ ਹਾਰ ਕੇ ਹੰਭ ਕੇ ਮੁੜ ਗਏ। ਜਦ ਉਹਨਾਂ ਨੂੰ ਪਿਆਸ ਲੱਗੀ, ਪਾਣੀ ਨਾ ਮਿਲਿਆ ਕਿਤੇ, ਤੇ ਫਿਰ ਗੁਰੂ ਸਾਹਿਬ ਥੱਲੇ ਆਏ। ਇੱਧਰ ਜਿੱਥੇ ਗੁਰੂ ਪਿਆਰਿਓ ਹੋਰ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ, ਮਹਾਂ ਸਿੰਘ ਵੀ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਸੀ, ਪਰ ਇਹਦੀ ਜਾਨ ਨੂੰ ਮੌਤ ਕਾਲ ਕੱਢ ਕੇ ਲਿਜਾ ਨਹੀਂ ਸਕੀ, ਕਿਉਂਕਿ ਇਹਦਾ ਧਿਆਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਪਿਆ ਸੀਗਾ। ਇਹਦੀ ਸੋਚ ਜਿਹੜੀ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਪਈ ਸੀ, ਬਈ ਜਿੰਨਾ ਚਿਰ ਮੈਨੂੰ ਗੁਰੂ ਸਾਹਿਬ ਮਿਲ ਨਹੀਂ ਜਾਂਦੇ, ਔਰ ਮਿਲ ਕੇ ਜਿੰਨਾ ਚਿਰ ਮੈਂ ਵਿਦਾਵੇ ਵਾਲਾ ਕਾਗਜ਼ ਪੜਵਾ ਨਹੀਂ ਦਿੰਦਾ, ਓਨਾ ਚਿਰ ਮੈਂ ਸਰੀਰ ਨਹੀਂ ਛੱਡੂਗਾ। ਹੁਣ ਗੁਰੂ ਦੇ ਚਰਨਾਂ 'ਚੋਂ ਕਾਲ ਕਿਵੇਂ ਲਿਜਾ ਸਕਦਾ, ਮੌਤ ਕਿਵੇਂ ਲਿਜਾ ਸਕਦੀ ਆ? ਤਾਂ ਸਹਿਕਦਾ ਸੀ ਧਿਆਨ ਇਹਦਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀ। ਤੇ ਗੁਰੂ ਸਾਹਿਬ ਵੀ ਟਿੱਬੀ ਸਾਹਿਬ ਤੋਂ ਉਤਰ ਕੇ ਥੱਲੇ ਆਏ, ਸ਼ਹੀਦਾਂ ਨੂੰ, ਸਿੰਘਾਂ ਨੂੰ ਇਕੱਤਰ ਕਰਨ ਲੱਗੇ, ਲੱਭਣ ਲੱਗੇ ਕੋਈ ਸਹਿਕਦਾ, ਕੋਈ ਜਿਉਂਦਾ ਹੋਵੇ। ਤੇ ਭਾਈ ਮਹਾਂ ਸਿੰਘ ਸਹਿਕਦਾ ਸੀ, ਹਜੇ ਸਵਾਸ ਚੱਲਦੇ ਸੀ। ਪਾਤਸ਼ਾਹ ਸਰਾਣੇ ਬੈਠ ਗਏ ਔਰ ਉਹਦਾ ਸਿਰ ਚੱਕ ਕੇ ਆਪਣੀ ਗੋਡੀ ਤੇ ਰੱਖਿਆ, ਪਲਾਥੀ 'ਚ ਰੱਖਿਆ, ਔਰ ਗੁਰੂ ਪਿਆਰਿਓ ਉਸ ਦੇ ਮੁੱਖ ਨੂੰ ਸਾਫ਼ ਕੀਤਾ ਰੁਮਾਲ ਦੇ ਨਾਲ, ਔਰ ਰੁਮਾਲ ਦੇ ਨਾਲ ਸਾਫ਼ ਕਰਕੇ ਤੇ ਉਸ ਨੇ ਪੁੱਛਿਆ, ਮਹਾਂ ਸਿੰਘ ਅੱਖਾਂ ਖੋਲ। ਥੋੜ੍ਹੀਆਂ ਅੱਖਾਂ ਖੋਲ੍ਹੀਆਂ, ਪਰ ਅੱਖਾਂ ਹੁਣ ਚਿਹਰੇ ਦੇ ਨਾਲ ਕਿੱਥੇ ਮਿਲਣ ਪਾਤਸ਼ਾਹ ਜੀ ਦੇ, ਕਿਉਂਕਿ ਵਿਦਾਵਾ ਲਿਖ ਕੇ ਆ ਗਏ ਸੀ ਇਹਦੇ ਸੰਗੀ ਸਾਥੀ ਸਾਰੇ। ਪਾਤਸ਼ਾਹ ਕਹਿਣ ਲੱਗੇ, ਮਹਾਂ ਸਿੰਘ ਬੋਲ ਕੀ ਚਾਹੀਦਾ? ਤੂੰ ਮੇਰੇ ਪਿੱਛੇ ਸ਼ਹੀਦੀ ਪਾਈ ਹੈ, ਤੇਰੇ ਸਾਥੀਆਂ ਨੇ ਸ਼ਹੀਦੀ ਪਾਈ ਹੈ, ਬੋਲ ਕੀ ਚਾਹੀਦਾ ਤੈਨੂੰ? ਕਹਿਣਾ ਜੀ ਕੁਛ ਨਹੀਂ ਚਾਹੀਦਾ, ਬਸ ਉਹ ਵਿਦਾਵਾ ਪਾੜ ਕੇ ਦੁਬਾਰਾ ਚਰਨੀ ਲਾ ਲਓ। ਪਾਤਸ਼ਾਹ ਕਹਿੰਦੇ, ਛੱਡ ਮਹਾਸਿਆਂ ਟੁੱਟੀ ਹੁੱਟੀ,
ਤੈਨੂੰ ਦੱਸ ਕੀ ਚਾਹੀਦਾ? ਕਹੇ ਤਾਂ ਰਾਜਾ ਬਣਾ ਦਿਆਂ ਠੀਕ ਕਰਕੇ, ਕਹੇ ਤਾਂ ਤੈਨੂੰ ਮਾਤ ਲੋਕ ਦਾ ਦੇਵ ਲੋਕ ਦਾ ਰਾਜ ਭਾਗ ਦੇ ਦਿਆਂ। ਤਾਂ ਉੱਥੇ ਬਾਣੀ ਦੀ ਇਹ ਗੱਲ ਢੁਕਦੀ ਹੈ ਕਿ ਰਾਜ ਨ ਚਾਹੋ ਮੁਕਤ ਨ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਭਾਈ ਮਹਾਂ ਸਿੰਘ ਕਹਿਣ ਲੱਗਿਆ ਜੀ ਚਰਨਾਂ 'ਚ ਰੱਖ ਲਓ, ਮੈਨੂੰ ਰਾਜ ਭਾਗ ਦੀ ਲੋੜ ਨਹੀਂ, ਪਰ ਜਿਹੜੇ ਉਹ ਸਾਡੇ ਮਾਝੇ ਵਾਲੇ ਚੌਧਰੀ ਨੰਬਰਦਾਰ ਜਿਹੜੇ ਬਿਦਾਵਾ ਲਿਖ ਕੇ ਦੇ ਗਏ ਰਾਮਿਆਣੀ ਦੀ ਧਰਤੀ ਤੇ, ਉਹ ਬਿਦਾਵੇ ਵਾਲਾ ਕਾਗਜ਼ ਪਾੜ ਦਿਓ। ਪਾਤਸ਼ਾਹ ਨੇ 3-4 ਵਾਰੀ ਪੁੱਛਿਆ ਵੀ ਤੂੰ ਆਪਦੇ ਵਾਸਤੇ ਮੰਗ ਲਾ, ਕਹਿੰਦੇ ਨਹੀਂ ਮੈਂ ਦੇਸ਼ ਵਾਸਤੇ ਮੰਗੂੰਗਾ। ਫਿਰ ਪਾਤਸ਼ਾਹ ਨੇ ਆਪਣੇ ਖੀਸੇ 'ਚੋਂ ਬਿਦਾਵਾ ਕੱਢਿਆ ਤੇ ਮਹਾਂ ਸਿੰਘ ਨੂੰ ਵਿਖਾ ਕੇ ਪਾੜ ਕੇ ਸਿੱਟ ਦਿੱਤਾ। ਸ਼ਬਦ ਪਛਾਣੈ ਰਬ ਰਹਿ, ਜਿਹੜੇ ਗੁਰੂ ਦੇ ਬਖਸ਼ੇ ਸ਼ਬਦ ਨਾਲ ਜੁੜ ਕੇ ਉਹਦੇ ਵਿੱਚ ਮਿਕਸ ਹੋ ਜਾਣਗੇ, ਨਾ ਤਿਸ ਕਾਲ ਸੰਤਾਏ, ਉਹਨਾਂ ਨੂੰ ਕਦੇ ਵੀ ਮੌਤ ਨਹੀਂ ਮਾਰ ਸਕੂਗੀ। ਸਾਹਿਬ ਅਤੁਲ ਨ ਤੋਲੀਐ ਕਥਨ ਨ ਪਾਇਆ ਜਾਏ। ਸਾਹਿਬ ਪਰਮੇਸ਼ਰ ਗੁਰੂ ਬੜਾ ਬੇਅੰਤ ਹੈ, ਜਿਸ ਦਾ ਕੋਈ ਜੱਜਮੈਂਟ ਨਹੀਂ ਕਰ ਸਕਦਾ। ਅਤੁੱਲ ਜੋ ਤੋਲਿਆ ਨਹੀਂ ਜਾ ਸਕਦਾ। ਗੁਰੂ ਕਿੱਡਾ ਕੁ ਵੱਡਾ ਹੈ, ਪਰਮੇਸ਼ਰ ਕਿੱਡਾ ਵੱਡਾ ਹੈ, ਆਪਣੇ ਅੰਦਰ ਕੀ ਕੁਝ ਸਮਾ ਕੇ ਰੱਖੀ ਬੈਠਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਜਾਂ ਇਉਂ ਵੀ ਕਿਹਾ ਸੰਤ ਕੀ ਮਹਿਮਾ ਵੇਦ ਨ ਜਾਣੇ। ਭਾਵ ਗ੍ਰੰਥਾਂ ਵਿੱਚੋਂ ਤਾਂ ਓਨਾ ਹੀ ਮਿਲੂਗਾ ਜਿੰਨਾ ਲਿਖਿਆ। ਹਲੇ ਸੰਤਾਂ ਮਹਾਂਪੁਰਸ਼ਾਂ ਜਾਂ ਗੁਰੂਆਂ ਦੇ ਦਿਮਾਗਾਂ ਵਿੱਚ ਹੋਰ ਪਤਾ ਨਹੀਂ ਕਿੰਨਾ ਪਿਆ ਹੋਵੇ। ਕੋ ਸਤਨਾਮ ਸ੍ਰੀ। ਇਸ ਕਰਕੇ ਸੰਤ ਕੀ ਮਹਿਮਾ ਵੇਦ ਨ ਜਾਣੇ, ਜੇਤਾ ਸੁਣੈ ਤੇਤਾ ਬਖਿਆਨੈ। ਇੱਥੇ ਵੇਦਾਂ ਤੋਂ ਭਾਵ ਸਾਡੇ ਗਿਆਨ ਇੰਦਰੀ ਵੀ ਹੈ। ਸਾਡੇ ਗਿਆਨ ਇੰਦਰੀ ਗੁਰੂ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਦੇ। ਵੇਦ ਇੱਥੇ ਕੰਨਾਂ ਨੂੰ ਕਿਹਾ, ਇੰਦਰੀ ਜੇਬਾਂ ਨੂੰ ਕਿਹਾ, ਅੱਖਾਂ ਨੂੰ ਕਿਹਾ। ਇਹ ਚਾਰੇ ਵੇਦ ਹਨ ਗੁਰੂ ਪਿਆਰਿਓ। ਕਹਿੰਦੇ ਜਿੰਨਾ ਕੁ ਅਸੀਂ ਕੰਨਾਂ ਨਾਲ ਸੁਣਦੇ ਹਾਂ ਓਨਾ ਹੀ ਦੱਸ ਸਕਦੇ ਹਾਂ, ਹਜੇ ਪਤਾ ਨਹੀਂ ਰੱਬ ਦੇ ਪਿਆਰਿਆਂ ਕੋਲ ਹੋਰ ਕਿੰਨਾ ਕੁਝ ਪਿਆ ਹੋਵੇ। ਕਹੋ ਸਤਨਾਮ ਸੀ। ਸੰਤ ਕੀ ਮਹਿਮਾ ਵੇਦ ਨ ਜੈਮੈ, ਜੇਤਾ ਸੁਣੈ ਤੇਤਾ ਬਖਿਆਨੈ। ਸਹਿਬ ਅਤੁਲ ਨ ਤੋਲੀਐ ਕਥਨ ਨ ਪਾਇਆ ਜਾਏ। ਕਥਨਾ ਕਰਕੇ ਅਸੀਂ ਉਸ ਦਾ ਅੰਤ ਨਹੀਂ ਦੱਸ ਸਕਦੇ। ਤਾਈਓ ਗੁਰੂਆਂ ਨੇ ਬਾਣੀ ਵਿੱਚ ਕਿਤੇ ਵੀ ਅੰਤ ਨਹੀਂ ਲਿਖਿਆ ਗਿਆ। ਤੂੰ ਸਦਾ ਸਲਾਮਤ ਨਿਰੰਕਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਦੇਖੋ ਕਿੱਦਾਂ ਨਾਨਕ ਜੀ ਨੇ ਕਿਹਾ ਉਸ ਪਰਮੇਸ਼ਰ ਨੂੰ ਬਈ ਉਹਦਾ ਅੰਤ ਨਹੀਂ ਹੈ। ਅੱਗੇ ਪ੍ਰੀਤਮ ਲਿਖਦੇ ਹਨ, ਵਾਪਾਰੀ ਵਣਜਾਰਿਆ ਆਏ ਵਜੋ ਲਖਾਏ। ਆਪਾਂ ਸਾਰੇ ਵਪਾਰੀ ਹਾਂ, ਵਣਜਾਰੇ ਹਾਂ। ਵਜੋ ਹੁੰਦਾ ਹੈ ਗੁਰੂ ਪਿਆਰਿਓ ਖਰਚਾ, ਤਨਖਾਹ। ਤੇ ਆਪਾਂ ਸਾਰੇ ਸਵਾਸਾਂ ਰੂਪੀ ਤਨਖਾਹ ਲੈ ਕੇ ਆਏ ਆ ਤਨ ਦੇ ਖਾਣ ਵਾਸਤੇ, ਜੋ ਸਾਨੂੰ ਪਰਮੇਸ਼ਰ ਨੇ ਵਜਹੋ ਵਜੀਫਾ, ਵਜੀਫੇ ਨੂੰ ਵੀ ਕਹਿ ਦਿੰਦੇ ਆ, ਤਨਖਾਹ ਨੂੰ ਵੀ ਕਹਿ ਦਿੰਦੇ ਹਨ। ਵਜਹੋ ਆਏ ਵਜੋ ਲਿਖਾਏ। ਭਾਵ ਆਪਾਂ ਜਿਹੜੇ ਹਾਂ ਸਵਾਸਾਂ ਦੀ ਪੂੰਜੀ ਲੈ ਕੇ ਤੇ ਮਾਤ ਲੋਕ ਦੇ ਵਿੱਚ ਆਏ ਹਾਂ, ਲਿਖਵਾ ਕਰਕੇ ਜੀਵਨ ਜ਼ਿੰਦਗੀ। ਪ੍ਰੀਤਮ ਜੀ ਕਹਿੰਦੇ ਜਦੋਂ ਇਹ ਮਨੁੱਖ ਮਾਤ ਲੋਕ ਦੇ ਵਿੱਚ ਆਇਆ ਤੇ ਇਸ ਨੂੰ ਪਰਮੇਸ਼ਰ ਨੇ ਜਿਹੜਾ ਸੀ ਆਪਣੇ ਵੱਲੋਂ ਕੁਝ ਵਜੀਫਾ ਦਿੱਤਾ, ਕੁਝ ਸਵਾਸਾਂ ਦੀ ਪੂੰਜੀ ਦਿੱਤੀ। ਵਾਪਾਰੀ ਵਣਜਾਰਿਆ ਆਏ ਵਜੋਂ ਲਿਖਾਏ। ਜਗਿਆਸੂ ਬਣ ਕੇ, ਅਧਿਕਾਰੀ ਬਣ ਕੇ ਮਾਤ ਲੋਕ ਦੇ ਵਿੱਚ ਆਏ, ਜਿਨ੍ਹਾਂ ਨੇ ਆ ਕਰਕੇ ਇਹਨਾਂ ਸਵਾਸਾਂ ਦੇ ਨਾਲ ਨਾਮ ਜਪਿਆ। ਕਾਰ ਕਮਾਵੇ ਸੱਚ ਕੀ, ਲਾਹਾ ਮਿਲੈ ਰਜਾਏ। ਉਸ ਪੂੰਜੀ ਦਾ ਫਾਇਦਾ ਖੱਟ ਗਏ। ਹੁਣ ਵਣਜਾਰੇ ਕਈ ਤਰ੍ਹਾਂ ਦੇ ਹੈ, ਕਈ ਅਗਿਆਨੀ ਵਪਾਰੀ ਹੈ, ਉਹਨਾਂ ਨੇ ਸਵਾਸਾਂ ਦੀ ਪੂੰਜੀ ਖਰਾਬ ਕਰ ਲਈ। ਕਈਆਂ ਨੇ ਗੁਰੂ ਦਾ ਗਿਆਨ ਲੈ ਕੇ ਸਵਾਸਾਂ ਦੀ ਪੂੰਜੀ ਦਾ ਲਾਹਾ ਖੱਟ ਲਿਆ। ਵਪਾਰੀ ਵਣਜਾਰਿਆ ਆਏ ਵਜੋਂ ਲਿਖਾਏ। ਸਤਕਾਰ ਲਿਖਾ ਕੇ ਆਏ ਪਰਮੇਸ਼ਰ ਕੋਲੋਂ। ਗੁਰੂ ਪਿਆਰੋ ਰੋਜ਼ਾਨਾ ਲੈ ਕੇ ਆਏ ਤਾਂ ਉਹਨਾਂ ਨੇ ਮਾਤ ਲੋਕ ਵਿੱਚ ਆ ਕੇ ਸਵਾਸਾਂ ਦੇ ਬਦਲੇ ਨਾਮ ਜਪਣਾ ਸ਼ੁਰੂ ਕੀਤਾ। ਤਾਂ ਆਪਣੇ ਉਸ ਵਜੀਫੇ ਨੂੰ ਹੋਰ ਵੀ ਵਧਾ ਲਿਆ। ਭਾਵ ਸਵਾਸਾਂ ਦੀ ਪੂੰਜੀ ਨੂੰ ਗੁਰੂ ਪਿਆਰਿਓ ਜੋ ਪਰਾਲਬਧ ਲਿਖਵਾ ਕੇ ਲਿਆਏ ਸੀ, ਜਿਸ ਨੂੰ 4 ਸਾਲ ਦਾ ਤਾਂ 4 ਸਾਲ, ਕਿਸੇ ਨੂੰ 10 ਸਾਲ, ਕਿਸੇ ਨੂੰ 20 ਸਾਲ। ਇਸ ਪ੍ਰਕਾਰ ਪਰਮੇਸ਼ਰ ਸਭ ਨੂੰ ਜਿਹੜਾ ਹੈ ਮਨੁੱਖਾ ਜੀਵਨ ਦੇ ਕੇ ਭੇਜਦਾ ਵੀ ਚੱਲ ਤੈਨੂੰ ਇੰਨਾ ਚਿਰ ਦੇ ਸਵਾਸ ਦਿੱਤੇ, ਤੈਨੂੰ ਇੰਨੇ ਚਿਰ ਦੇ ਦਿੱਤੇ।
ਪਰ ਕਈਆਂ ਨੇ ਨਸ਼ੇ ਖਾ ਕਰਕੇ ਵਿਸ਼ੇ ਵਿਕਾਰਾਂ ਵਿੱਚ ਪੈ ਕਰਕੇ ਉਹ ਸਵਾਸਾਂ ਦੀ ਪੂੰਜੀ ਖਰਾਬ ਕਰ ਲਈ, ਐਵੇਂ ਚਲੀ ਗਈ। ਉਹ ਵਪਾਰੀ ਬੇਕਾਰ ਨਿਕਲੇ, ਆਪਣਾ ਮਨੁੱਖਾ ਜੀਵਨ ਖਰਾਬ ਕਰ ਗਏ। ਵੰਜ ਕਰੋ ਵਣਜਾਰਿਓ ਵਖਰ ਲਿਹੋ ਸੰਭਾਲ, ਐਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ, ਅੱਗੇ ਸ਼ਾਹੋ ਸੁਜਾਨ ਹੈ ਲੈਸੀ ਵਤ ਸੰਭਾਲ। ਅੱਗੇ ਪਰਮੇਸ਼ਰ ਬੜਾ ਸਿਆਣਾ ਹੈ, ਪੁੱਛੂਗਾ ਤੂੰ ਇਤਨੇ ਸਵਾਸ ਲੈ ਕੇ ਗਿਆ ਸੀਗਾ, ਉਹਦੇ ਬਦਲੇ ਲੈ ਕੇ ਕੀ ਆਇਆ, ਲਿਆ ਦੇ। ਪ੍ਰੀਤਮ ਜੀ ਕਹਿੰਦੇ ਵਾਪਾਰੀ ਵਣਜਾਰਿਆ ਆਏ ਵਜੋ ਲਖਾਏ, ਕਾਰ ਕਮਾਵੇ ਸੱਚ ਕੀ ਲਾਹਾ ਮਿਲਿਆ ਰਜਾਏ। ਜਿਨ੍ਹਾਂ ਨੇ ਇਹਨਾਂ ਸਵਾਸਾਂ ਦੀ ਪੂੰਜੀ ਨੂੰ ਖਰਚਦਿਆਂ ਹੋਇਆ ਸੱਚ ਤੇ ਚੱਲਣਾ ਕੀਤਾ, ਕਿਉਂਕਿ ਪੈਸਾ ਜਿਵੇਂ ਪੈਸਾ ਨਹੀਂ ਘਰੇ ਖੜਦਾ, ਇਸ ਤਰ੍ਹਾਂ ਸਵਾਸ ਨਹੀਂ ਖੜਦੇ। ਸਵਾਸ ਵੀ ਚੱਲੀ ਜਾਣੇ ਆ ਤੇ ਮਾਇਆ ਵੀ ਚੱਲੀ ਜਾਣੀ ਆ। ਕੋਈ ਉਸ ਮਾਇਆ ਨੂੰ ਚੰਗੇ ਥਾਂ ਤੇ ਲਾ ਲੈਂਦਾ, ਕੋਈ ਮਾੜੇ ਥਾਂ ਤੇ ਲਾ ਲੈਂਦਾ। ਇਸ ਕਰਕੇ ਜਿਨ੍ਹਾਂ ਨੇ ਇਹ ਸਵਾਸਾਂ ਦੀ ਪੂੰਜੀ ਨੂੰ ਸੱਚ ਤੇ ਵਰਤਿਆ, ਕਈਆਂ ਨੇ ਝੂਠ ਤੇ ਵਰਤਿਆ, ਕਈਆਂ ਨੇ ਚੁਗਲੀ ਨਿੰਦਿਆ ਤੇ ਵੀ ਵਰਤਿਆ, ਕਈਆਂ ਨੇ ਠੱਗੀਆਂ ਚੋਰੀਆਂ ਤੇ ਵਰਤਿਆ ਇਹਨਾਂ ਸਵਾਸਾਂ ਨੂੰ। ਸਵਾਸ ਤਾਂ ਮੁੱਕਦੇ ਹੀ ਜਾਣੇ ਆ, ਪਰ ਕਈਆਂ ਨੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਨਾਲ ਜੁੜਨਾ ਕੀਤਾ, ਉਹਨਾਂ ਨੇ ਜਿੰਨੇ ਸਵਾਸ ਸੀਗੇ ਉਹ ਜਮ੍ਹਾਂ ਹੋ ਗਏ, ਉਹਨਾਂ ਨੇ ਨਾਮ ਜਪਿਆ, ਕਿਉਂਕਿ ਇਹਨਾਂ ਸਵਾਸਾਂ ਦੀ ਕੀਮਤ ਬੜੀ ਹੈ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ कहता हूँ कह जात हूँ, कहता हूँ ढोल बजाए, तीन लोक का मोल है सवासा बिरथा जाए। इस सवासा का मुल तीन लोक भी थोड़ा है। भाव तुसी जिंदगी भी जिन्नी संपत्ति इकट्ठी की है, डॉक्टर नूं कह रहे हो मैं सब कुछ दे दूंगा, मैनू 4 सवास दे दिओ, एक भी नहीं दे सकता। को सतनाम दसो किन्नी कीमत होई सवासां दी। पातशाह जी कहते जिन्हां ने परमेश्वर वल्लों मिलिया होया ये वजीफा, ये तनख्वाह, ये सवासां दी पूंजी वरती परमेश्वर नाल जुड़ के, कार कमावे सच की लाहा मिलै रजाए। पूंजी साची गुर मिलै ना तिस तिल ना तमाए। ते जिन्हां नूं गुरु दे कोलों सवासां दे वट्टे शब्द मिल गया, ये सच्ची पूंजी है। जिन्हां ने सवासां नाल नाम जप लिया उन्हां ने लाहा खटिया, ਤੇ ਜਿਨ੍ਹਾਂ ਨੇ ਸਵਾਸਾਂ ਨੂੰ ਦੋਈ ਦਵਾਤ ਨਿੰਦਿਆ ਚੁਗਲੀ ਈਰਖਾ ਆਦਿ ਇਹਨਾਂ ਤੇ ਲਾ ਦਿੱਤਾ, ਉਹਨਾਂ ਨੇ ਘਾਟਾ ਹੀ ਪਾਇਆ, ਕਿਉਂਕਿ ਕੰਮ ਦੀ ਚੀਜ਼ ਖਰੀਦੀ ਨਹੀਂ। ਤਾਂ ਤੇ ਉਹ ਖਰੀਦੋ, ਵੰਜ ਕਰੋ ਵਣਜਾਰਿਓ ਵਖਰ ਲਿਹੋ ਸੰਭਾਲ। ਸੌਦਾ ਸੰਭਾਲੋ ਖਰੀਦ ਕੇ, ਅੱਗੇ ਸ਼ਾਹੋ ਸੁਜਾਨ ਹੈ ਲੈਸੀ ਵਸਤ ਸੰਭਾਲ। ਅੱਗੇ ਮਾਲਕ ਬੜਾ ਸਿਆਣਾ ਹੈ, ਉਹ ਪੁੱਛੇਗਾ ਲਿਆ ਵੀ ਕੀ ਲੈ ਕੇ ਆਇਆ, ਤੈਨੂੰ ਭੇਜਿਆ ਸੀ ਮਾਤ ਲੋਕ 'ਚ ਇੰਨੇ ਸਾਲਾਂ ਦੀ ਪੂੰਜੀ ਦੇ ਕੇ, ਦੱਸੋ ਕਿੱਥੇ ਖਰਚ ਕੀਤੀ ਆ। ਪ੍ਰੀਤਮ ਜੀ ਕਹਿੰਦੇ ਪੂੰਜੀ ਸਾਚੀ ਗੁਰ ਮਿਲੇ, ਜਿਨ੍ਹਾਂ ਨੇ ਗੁਰੂ ਪਿਆਰਿਓ ਗੁਰੂ ਦੇ ਕੋਲੋਂ ਨਾਮ ਦੀ ਰਾਸ਼ੀ ਲੈ ਲਈ, ਸੱਚੀ ਪੂੰਜੀ ਪਰਮੇਸ਼ਰ ਦਾ ਨਾਮ ਲੈ ਲਿਆ, ਨਾ ਤਿਸ ਤਿਲ ਨਾ ਤਮਾਏ। ਉਹਨਾਂ ਨੂੰ ਕਹਿੰਦੇ ਤਿਲ ਜਿੰਨੀ ਵੀ ਤ੍ਰਿਸ਼ਨਾ ਨਹੀਂ ਹੁੰਦੀ, ਉਹਨਾਂ ਦੇ ਅੰਦਰੋਂ ਤਮ ਹਨੇਰਾ ਅਗਿਆਨਤਾ ਚੱਕੀ ਜਾਂਦੀ ਹੈ। ਤਮ ਪਲਸ ਆਏ, ਉਹਨਾਂ ਦੇ ਅੰਦਰ ਅਗਿਆਨਤਾ ਨਹੀਂ ਰਹਿੰਦੀ, ਉਹ ਚਲੀ ਜਾਂਦੀ ਹੈ। ਉੱਠ ਵੰਜੋ ਕਿਲ ਵੇਖੋ ਕਰਤਾ ਘਰੇ ਆਇਆ। ਜਦੋਂ ਇਹ ਗਿਆਨ ਅੰਦਰ ਪ੍ਰਵੇਸ਼ ਕਰ ਗਿਆ ਗੁਰੂ ਦਾ ਬਖਸ਼ਿਆ, ਤਾਂ ਅੰਦਰੋਂ ਵਿਕਾਰਾਂ ਦਾ ਵੀ ਭੱਜਣਾ ਹੋ ਗਿਆ, ਇਹ ਵੀ ਭੱਜ ਗਏ। ਜਿਸ ਤਰ੍ਹਾਂ ਲਾਈਟ ਜਗਾਉਂਦਿਆਂ ਹੀ ਠੂਹੇ ਕਿਰਲੀਆਂ ਸੱਪ ਆਦਿ ਭੱਜਣਾ ਸ਼ੁਰੂ ਕਰਦੇ ਹਨੇਰੇ ਕਮਰੇ 'ਚੋਂ, ਇਸੇ ਤਰ੍ਹਾਂ ਜਦੋਂ ਬੰਦੇ ਨੂੰ ਗਿਆਨ ਹੋਇਆ ਤੇ ਅੰਦਰੋਂ ਅਗਿਆਨਤਾ ਭੱਜ ਗਈ, ਵਿਕਾਰਾਂ ਨੇ ਵੀ ਭੱਜਣਾ ਕੀਤਾ। ਮੇਰੇ ਪ੍ਰੀਤਮ ਜੀ ਕਹਿੰਦੇ ਸਿੱਖੋ ਆਓ ਫਿਰ ਗੁਰੂ ਕੋਲੇ ਚੱਲੀਏ। ਗੁਰਮੁਖ ਤੋਲ ਤਲਾਏ ਸੀ ਸੱਚ ਤਰਾਜੀ ਤੋਲ। ਇਸ ਤਰ੍ਹਾਂ ਜਦੋਂ ਸਤਿਗੁਰਾਂ ਦੇ ਦੁਆਰਾ ਗੁਰਮੁਖਾਂ ਦੀ ਸੰਗਤ ਕਰਦੇ ਹੋਏ ਉਹਨਾਂ ਦੇ ਕੋਲ ਬੈਠ ਕੇ ਸੌਦਾ ਕੀਤਾ, ਤਾਂ ਉਹਨਾਂ ਨੇ ਤੇਰੇ ਸਵਾਸਾਂ ਦੇ ਵੱਟੇ ਨਾਮ ਦੀ ਪੂੰਜੀ ਦਿੱਤੀ। ਜਿਸ ਤਰ੍ਹਾਂ ਰਾਜਾ ਜਨਕ ਜਦੋਂ ਇਹਦਾ ਆਖਰੀ ਸਮਾਂ ਆਇਆ ਤਾਂ ਇਹਨੂੰ ਜਮਦੂਤ ਲੈ ਚੱਲੇ, ਆਪਣਾ ਦੇਵਲੋਕ ਦੇ ਦੇਵਤੇ ਲੈ ਚੱਲੇ ਸੱਚਖੰਡ ਲਿਜਾਣ ਵਾਸਤੇ।
ਉਹ ਰਾਜਾ ਜਨਕ ਕਹਿਣ ਲੱਗਿਆ ਵੀ ਐਦਾਂ ਕਰੋ ਯਾਰ, ਮੈਨੂੰ ਇਸ ਪਾਸੇ ਦੀ ਲੈ ਕੇ ਚੱਲੋ ਜਿੱਧਰ ਕਹਿੰਦੇ ਜੀਵ ਨਰਕਾਂ 'ਚ ਹੈ। ਦੇਵਗਣਾਂ ਨੇ ਕਿਹਾ ਵੀ ਮਹਾਰਾਜ ਇੱਧਰ ਤੁਹਾਡਾ ਕੀ ਕੰਮ ਹੈ, ਤੁਸੀਂ ਸੱਚਖੰਡ ਜਾਣਾ ਸਿੱਧਾ। ਕਹਿੰਦੇ ਨਹੀਂ, ਮੈਂ ਉੱਧਰ ਦੀ ਜਾਣਾ, ਮੇਰੀ ਮਰਜ਼ੀ। ਕਹਿੰਦੇ ਫਿਰ ਚਲੋ। ਜਦ ਕਹਿੰਦੇ ਉਸ ਪਾਸੇ ਗਏ ਨਾ, ਜਿਹੜੇ ਜੀਵ ਕੁਰਲਾ ਰਹੇ ਸੀ, ਨਰਕਾਂ ਦੇ ਵਿੱਚ ਪੈ ਕੇ ਦੁਖੀ ਹੋ ਰਹੇ ਸੀ, ਉਹਨਾਂ ਨੂੰ ਸ਼ਾਂਤੀ ਆ ਗਈ। ਧਰਮਰਾਜ ਦੇਖਦਾ ਵੀ ਇਹ ਚੁੱਪ ਕਿਵੇਂ ਕਰ ਗਏ, ਇਹਨੂੰ ਸਜ਼ਾ ਦਿੱਤੀ ਜਾ ਰਹੀ ਸੀ, ਚੁੱਪ ਕਿਵੇਂ ਕਰ ਗਏ। ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇੱਧਰ ਰਾਜਾ ਜਨਕ, ਵੱਡਾ ਰਾਜਾ ਤੇ ਵੱਡਾ ਭਗਤ ਹੈ, ਉਹ ਆ ਗਿਆ। ਉਹਦਾ ਔਰਾ ਭਾਵ ਉਹਦੀ ਜਿਹੜੀ ਹੈ ਪਾਵਰ ਸੀ ਸਿਮਰਨ ਦੀ, ਉਹ ਫੈਲੀ, ਤੇ ਜਿੱਥੋਂ ਤੱਕ ਉਹ ਫੈਲਦੀ ਆ ਸ਼ਾਂਤੀ ਵਰਤਾ ਦਿੰਦੀ ਆ। ਤੇ ਉਹ ਭਗਤ ਜੀ ਦੇ ਕੋਲ ਆਏ, ਮਹਾਰਾਜ ਤੁਸੀਂ ਇੱਧਰ ਕਿਵੇਂ? ਕਹਿੰਦੇ ਮੈਂ ਤਾਂ ਵੈਸੇ ਹੀ ਆ ਗਿਆ, ਇਹ ਜੀਵ ਇੰਨੇ ਨਰਕਾਂ ਦੇ ਵਿੱਚ ਕੁਰਲਾ ਰਹੇ ਆ, ਤੂੰ ਇਹਨਾਂ ਨੂੰ ਛੱਡ ਦੇ। ਜਿਵੇਂ ਆਜਾ ਸਰਕਾਰ ਨੇ ਵੀ ਇਹੀ ਕੰਮ ਕੀਤਾ ਹੋਇਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਉਹ ਧਰਮਰਾਜ ਕਹਿਣ ਲੱਗਿਆ ਕਿ ਮੈਂ ਕਿਵੇਂ ਛੱਡ ਦਿਆਂ, ਇਹਨਾਂ ਨੂੰ ਸਜ਼ਾ ਦਿੱਤੀ ਹੋਈ ਹੈ, ਸਜ਼ਾ ਭੁਗਤ ਰਹੇ ਹਨ। ਤਾਂ ਉਸ ਵੇਲੇ ਗੁਰੂ ਪਿਆਰਿਓ, ਰਾਜਾ ਜਨਕ ਕਹਿਣ ਲੱਗਿਆ ਇਹਨਾਂ ਦੇ ਵਾਸਤੇ ਤੈਨੂੰ ਕੀ ਚਾਹੀਦਾ? ਕਹਿਣ ਲੱਗਿਆ ਇਹਨਾਂ ਨੇ ਸਿਮਰਨ ਨਹੀਂ ਕੀਤਾ। ਕਹਿੰਦੇ ਜੇ ਮੈਂ ਇਹਨਾਂ ਦੇ ਵੱਟੇ ਸਿਮਰਨ ਦੇ ਦੇਵਾਂ ਫਿਰ? ਕਹਿੰਦਾ ਫਿਰ ਮੈਂ ਛੱਡ ਦੇਵਾਂਗਾ। ਤੇ ਉਹਨੇ ਪਰਮੇਸ਼ਰ ਨੂੰ ਕਿਹਾ ਜੀ ਤੁਹਾਡਾ ਭਗਤ ਕਹਿੰਦਾ ਹੈ ਕਿ 18 ਕੁੰਭੀ ਨਰਕ ਖਾਲੀ ਕਰ ਦੇ ਸਾਰੇ। ਤੇ ਪਰਮੇਸ਼ਰ ਵੀ ਉੱਥੇ ਕਹਿੰਦਾ ਕਿ ਕਰਦੇ ਖਾਲੀ, ਫਿਰ ਕੋਈ ਗੱਲ ਨਹੀਂ। ਕਹਿਣ ਲੱਗ ਫਿਰ ਮੇਰੀ ਡਿਊਟੀ, ਕਹਿੰਦੇ ਤੇਰੀ ਡਿਊਟੀ ਚੱਲੀ ਜਾਊਗੀ, ਕਲਯੁਗ ਆਵੇਗਾ, ਜਿੰਨੇ ਮਰਜ਼ੀ ਨਰਕ ਭਰਨੀ। ਤਾਂ ਉਹ ਗੱਲ ਬਣੀ। ਫਿਰ ਰਾਜੇ ਜਨਕ ਨੇ ਲਿਖ ਦਿੱਤਾ। ਫਿਰ ਭਗਤ ਜੀ ਨੇ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਵਿਵੇਕ, ਇਹ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਤੋ ਜੀਵ ਦੇ ਜਿਹੜਾ ਪਾਪਾਂ ਦਾ ਭਾਰ ਹੁੰਦਾ ਹੈ, ਫਿਰ ਨਾਮ ਦਾ ਵੱਟਾ ਪਾ ਕੇ ਉਹਨਾਂ ਸਾਰਿਆਂ ਨੂੰ ਖਤਮ ਕਰਵਾ ਦਿੰਦੇ ਹਨ। ਇਸ ਤਰ੍ਹਾਂ ਨਾਮ ਜਪ ਕੇ ਉਹ ਜੀਵ ਪਰਮੇਸ਼ਰ ਵਿੱਚ ਮਿਲ ਜਾਂਦੇ ਹਨ। ਪੂੰਜੀ ਸਾਚੀ ਗੁਰ ਮਿਲੈ ਨਾ ਤਿਸ, ਤਿਲ ਨਾ ਤਮਾਏ ਗੁਰਮੁਖ ਤੋਲ ਤੁਲਾਏ ਸੀ, ਸੱਚ ਤਰਾਜੀ ਤੋਲ। ਜਿਹੜੇ ਗੁਰਮੁਖ ਹੁੰਦੇ ਆ ਉਹ ਜੱਜਮੈਂਟ ਕਰਦੇ ਆ ਨਾਮ ਦੀ, ਹੋਰ ਕੁਛ ਨਹੀਂ ਕਰਦੇ। ਇੱਥੇ ਤੋਲਣਾ ਕੋਈ ਤੱਕੜੀ ਨਾਲ ਸੌਦਾ ਤੋਲਣਾ ਨਹੀਂ, ਇੱਥੇ ਹੈ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸਰੀਰ ਨੂੰ ਅਡੋਲ ਬੈਠ ਕੇ ਨਾਮ ਜਪਣਾ। ਵਾਹਿਗੁਰੂ 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 ਵਾਹਿਗੁਰੂ। ਗੁਰਮੁਖ ਤੋਲ ਤੁਲਾਏ ਸੀ। ਇਸ ਤਰ੍ਹਾਂ ਆਪਣੇ ਆਪੇ ਦਾ ਧਿਆਨ ਧਰ ਕੇ, ਆਪਣੇ ਹੀ ਸਵਾਸਾਂ ਤੇ ਵੇਖਦੇ ਹੋਏ, ਆਪਣੇ ਮੂੰਹ ਨਾਲ ਉਚਾਰਦੇ ਹੋਏ, ਆਪਣੇ ਕੰਨਾਂ ਨਾਲ ਸੁਣਦੇ ਹੋਏ, ਇਹ ਹੈ ਤੋਲਣਾ। ਗੁਰਮੁਖ ਨਾਮ ਦੀ ਦਾਤ ਨੂੰ ਲੈ ਕੇ ਉਹਦੇ ਨਾਲ ਸੱਚ ਨੂੰ ਤੋਲਦੇ ਹੈ। ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ। ਤੇ ਜਦੋਂ ਇੱਕ ਪੱਲੜੇ ਵਿੱਚ ਨਾਮ ਦੀ ਕਣੀ ਪਾਈ ਜਾਂਦੀ ਹੈ ਤੇ ਦੂਜੇ ਪਾਸੇ ਆਸ਼ਾ ਤ੍ਰਿਸ਼ਨਾ ਮਨਸਾ ਮੋਹਣੀਆਂ ਭਾਵ ਕਾਮ ਕ੍ਰੋਧ ਮੋਹ ਵਿਕਾਰ ਆਦਿ, ਇਹ ਸਾਰੇ ਵੀ ਉਸ ਨਾਮ ਦੀ ਕਣੀ ਤੋਂ ਹਲਕੇ ਰਹਿ ਜਾਂਦੇ ਆ, ਕੋ ਸਤਨਾਮ ਉੱਡ ਜਾਂਦੇ ਆ। ਇੱਕੋ ਘੜੀ ਦਾ ਸਿਮਰਨ ਭਗਤ ਜੀ ਨੇ ਦਿੱਤਾ ਰਾਜੇ ਜਨਕ ਨੇ, ਔਰ ਸਾਰੇ 18 ਦੇ 18 ਕੁੰਭੀ ਨਰਕ ਖਾਲੀ ਹੋ ਗਏ। ਔਰ ਫਿਰ ਭਗਤ ਜੀ ਆਪਣੇ ਲੋਕ ਨੂੰ ਚਲੇ ਗਏ। ਇਸ ਤਰ੍ਹਾਂ ਗੁਰੂ ਪਿਆਰਿਓ, ਇਹ ਗੁਰੂ ਦੇ ਪਿਆਰਿਆਂ ਵਿੱਚ ਪਾਵਰ ਹੈ, ਤਾਕਤ ਹੈ। ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ, ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ। ਠਾਕਣਾ ਹੁੰਦਾ ਰੋਕ ਦੇਣਾ। ਜਦੋਂ ਸਾਡੇ ਅੰਦਰ ਨਾਮ ਦਾ ਖਜ਼ਾਨਾ ਪੈਦਾ ਹੋ ਗਿਆ, ਆਸ਼ਾ ਤ੍ਰਿਸ਼ਨਾ ਇਹ ਬਾਹਰ ਹੀ ਰੁਕ ਗਈਆਂ। ਇਹਨਾਂ ਦਾ ਫਿਰ ਸਾਡੀਆਂ ਇੰਦਰੀਆਂ ਤੇ, ਸਾਡੀਆਂ ਅੱਖਾਂ ਤੇ, ਸਾਡੇ ਕੰਨਾਂ ਤੇ, ਸਾਡੀ ਜੇਬਾਂ ਤੇ, ਸਾਡੇ ਹੱਥਾਂ ਪੈਰਾਂ ਤੇ ਅਸਰ ਨਹੀਂ ਪੈਂਦਾ। ਇਹਨਾਂ ਤੋਂ ਮੁਕਤ ਹੋ ਜਾਂਦੇ ਆ, ਆਸ਼ਾ ਤ੍ਰਿਸ਼ਨਾ ਖਤਮ ਹੋ ਜਾਂਦੀ। ਪ੍ਰੀਤਮ ਜੀ ਕਹਿੰਦੇ ਆਸਾ ਮਨਸਾ ਮੋਹਣੀ ਗੁਰ ਠਾਕੀ, ਇਹ ਰੋਕ ਦਿੱਤੀ। ਜੀਵਨ ਦੇ ਵਿੱਚ ਸੱਚ ਬੋਲ, ਸੱਚ ਆ ਗਿਆ। ਸੱਚ ਦੇਖਣਾ, ਸੱਚ ਸੁਣਨਾ, ਸੱਚ ਬੋਲਣਾ, ਸੱਚ ਤੇ ਪਹਿਰਾ ਦੇਣਾ, ਸੱਚ ਦਾ ਸਾਥ ਦੇਣਾ। ਇਹ ਚੀਜ਼ਾਂ ਫਿਰ ਉਸ ਦੇ ਜੀਵਨ 'ਚ ਆ ਗਈਆਂ। ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ,
ਇਸ ਤਰ੍ਹਾਂ ਪਰਿਪੂਰਨ ਪਰਮੇਸ਼ਰ ਪਰਮਾਤਮਾ ਗੁਰੂ ਰੂਪ ਹੋ ਕੇ ਆਪ ਹੀ ਤੋਲਣ ਵਾਲਾ ਤੇ ਆਪ ਹੀ ਤਲਾਉਣ ਵਾਲਾ, ਭਾਵ ਇਹ ਜੀਵ ਨੂੰ ਆਪ ਦਾ ਰੂਪ ਹੀ ਕਰ ਲੈਂਦਾ ਹੈ, ਇਹਦੇ ਪਾਪਾਂ ਦਾ ਖਾਤਮਾ ਕਰਕੇ ਇਹਨੂੰ ਆਪਣੇ ਵਿੱਚ ਮਿਲਾ ਲੈਂਦਾ। ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਕਥਨੈ ਕਹਿਣ ਨ ਛੁੱਟੀਐ ਨਾ ਪੜ ਪੁਸਤਕ ਭਾਰ। ਜੇ ਕੋਈ ਕਹੇ ਕਿ ਮੈਂ ਬਹੁਤ ਸਾਰੀ ਉਹਦੀ ਵਿਚਾਰ ਕਰ ਕਰਕੇ ਮੁਕਤ ਹੋ ਜਾਵਾਂਗਾ ਤਾਂ ਵੀ ਮੁਸ਼ਕਿਲ ਹੈ। ਜੇ ਕੋਈ ਕਹੇ ਕਿ ਮੈਂ ਬਹੁਤ ਸਾਰੇ ਗ੍ਰੰਥ ਪੜ੍ਹੇ ਹਨ, ਮੇਰੇ ਮੂੰਹ ਜ਼ਬਾਨੀ ਯਾਦ ਹਨ, ਤਾਂ ਮੁਕਤ ਹੋ ਜਾਵਾਂਗਾ ਤਾਂ ਵੀ ਮੁਸ਼ਕਿਲ ਹੈ। ਕਿਉਂਕਿ ਸਤਿਗੁਰ ਜੀ ਦਾ ਕੁਛ ਬੜਾ ਹੀ ਡੂੰਘਾ ਖਿਆਲ ਹੈ ਗੁਰੂ ਪਿਆਰਿਓ। ਇਸੇ ਕਰਕੇ ਹੁਣ ਆਪਾਂ ਤਾਂ ਕਹਿੰਦੇ ਆ ਪੜ੍ਹੀਏ ਵੀ ਪੜ੍ਹੀਏ, ਬਹੁਤ ਪੜ੍ਹੀਏ, ਪੜ੍ਹਨਾ ਚਾਹੀਏ, ਪਰ ਪਾਤਸ਼ਾਹ ਕਹਿੰਦੇ ਜੇ ਉਹ ਗੱਲ ਨਾ ਬੁੱਝੀ ਜਿਹੜੀ ਪੜ੍ਹਨ ਦੇ ਵਿੱਚ ਲਿਖੀ ਹੋਈ ਹੈ, ਫਿਰ ਪੜ੍ਹਨ ਦਾ ਫਾਇਦਾ ਨਹੀਂ ਹੋਣਾ। ਪੜ੍ਹ ਪੜ੍ਹ ਗੱਡੇ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਐ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਸਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਮਾਸ। ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਝਾਕ। ਜਿੱਥੇ ਹੰਕਾਰ ਹੈ ਉਹ ਸਭ ਬੇਕਾਰ ਗਿਆ। ਲੇਖੇ 'ਚ ਉਹੀ ਗੱਲ ਪਈ ਜਿਹੜੀ ਗਿਆਨ ਦੀ ਗੱਲ ਸਮਝ ਆਈ ਤੇ ਦਿਮਾਗ ਵਿੱਚ ਵਸਾ ਲਈ, ਸੁਰਤ ਵਿੱਚ ਵਸਾ ਲਈ ਕਿ ਅੱਜ ਤੋਂ ਬਾਅਦ ਮੈਂ ਝੂਠ ਨਹੀਂ ਬੋਲਣਾ, ਸੱਚ ਨਾਲ ਜੁੜਨਾ। ਇਸ ਕਰਕੇ ਪਾਤਸ਼ਾਹ ਜੀ ਨੇ ਸਭ ਕੁਝ ਕੱਟ ਕੇ ਉਸ ਪਰਮੇਸ਼ਰ ਨਾਲ ਜੁੜਨ ਦੀ ਗੱਲ ਵੀ ਕੀਤੀ ਹੈ। ਕਿਉਂਕਿ ਇੱਥੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ, ਦੋਨਾਂ ਦੀ ਮੁਕਤੀ ਹੁੰਦੀ ਹੈ, ਪੜ੍ਹੇ ਦੀ ਵੀ ਤੇ ਅਨਪੜ੍ਹ ਦੀ ਵੀ। ਕਿਉਂ? ਕਿਉਂਕਿ ਜਿਹੜਾ ਪੜ੍ਹਿਆ ਹੈ ਜਾਂ ਅਨਪੜ੍ਹ ਹੈ, ਜਿਹੜਾ ਸੱਚ ਤੇ ਚੱਲਦਾ ਹੈ, ਉਸੇ ਦੀ ਮੁਕਤੀ ਹੋਣੀ ਆ। ਇੱਥੇ ਪੜ੍ਹੇ ਵੀ ਕਈ ਫੇਲ ਹੋ ਜਾਂਦੇ ਆ, ਕੋਈ ਸਤਨਾਮ ਅਨਪੜ੍ਹ ਲੰਘ ਜਾਂਦੇ ਆ। ਪਾਤਸ਼ਾਹ ਜੀ ਕਹਿੰਦੇ ਨਾ ਦਰਗਾਹ ਦੇ ਵਿੱਚ ਪੜ੍ਹਿਆ ਹੋਵੇ ਗੁਣਹਗਾਰ ਤਾਂ ਓਮੀ ਸਾਧ ਨਾ ਮਾਰੀਏ। ਸੰਸਾਰ ਦੇ ਵਿੱਚ ਤਾਂ ਸਰਕਾਰਾਂ ਹੋਰ ਹਿਸਾਬ ਦੀਆਂ, ਗਲਤੀ ਕਿਸੇ ਹੋਰ ਦੀ ਹੈ, ਸਜ਼ਾ ਕਿਸੇ ਹੋਰ ਨੂੰ ਦੇ ਦਿੰਦੇ ਆ। ਪਰ ਦਰਗਾਹ ਦੇ ਵਿੱਚ ਜੇ ਪੜ੍ਹਿਆ ਲਿਖਿਆ ਗੁਨਾਹਗਾਰ ਨਿਕਲੇਗਾ ਤਾਂ ਉਹਦੇ ਥਾਂ ਤੇ ਕਿਸੇ ਅਨਪੜ੍ਹ ਨੂੰ ਓਮੀ, ਜਿਹੜਾ ਕੱਲਾ ਓਮ ਕਹਿਣ ਵਾਲਾ ਹੈ, ਕੱਲਾ ਏਕ ਓਂਕਾਰ ਕਹਿਣ ਵਾਲਾ, ਕੱਲਾ ਵਾਹਿਗੁਰੂ ਕਹਿਣ ਵਾਲਾ, ਫਿਰ ਉਹਨੂੰ ਥੋੜ੍ਹਾ ਸਜ਼ਾ ਦਿੱਤੀ ਜਾਵੇਗੀ। ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਕਥਨੇ ਕਹੇ ਨਾ ਛੁੱਟੀ ਹੈ। ਜੇ ਕੋਈ ਕਹੇ ਕਿ ਮੈਂ ਬੜੇ ਪਾਠ ਕਰਦਾ, ਬੜੀ ਕਥਾ ਕਰਦਾ, ਬਹੁਤ ਕੁਝ ਕਰਦਾ, ਪਰ ਅੰਦਰ ਹੰਕਾਰ ਹੈ, ਤਾਂ ਫਿਰ ਨਹੀਂ ਮੁਕਤੀ ਹੋਣੀ। ਨਾ ਪੜ੍ਹ ਪੁਸਤਕ ਭਾਰ। ਜੇ ਕੋਈ ਆਖੇ ਮੈਂ ਧਾਰਮਿਕ ਗ੍ਰੰਥ ਸਾਰੇ ਮੂੰਹ ਜ਼ਬਾਨੀ ਯਾਦ ਕਰ ਲਏ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗ ਮਸਾਦੇ, ਪੰਜ ਜਣਾ ਸਿਓ ਸੰਗ ਨਾ ਛੁਟਕਿਓ, ਅੱਜ ਕੇ ਅਹਮ ਬੁੱਧ ਬਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਫਿਰ ਕੀ ਕੀਤਾ? ਹਾਰ ਪਰਿਓ ਸੁਆਮੀ ਕੇ ਦੁਆਰੇ, ਅਖੀਰ ਮੈਂ ਗੁਰੂ ਦੇ ਚਰਨਾਂ ਵਿੱਚ ਆ ਕੇ ਪੈ ਗਿਆ। ਮਹਾਰਾਜ ਤੁਸੀਂ ਸਮਝਾਓ ਕਰਾਂ ਕੀ? ਇੱਕ ਮਨਮਤ ਨਾਲ ਕਰਨਾ ਹੈ, ਗੁਰਮਤ ਨਾਲ ਕਰਨਾ। ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕ। ਫਿਰ ਗੁਰੂ ਨੇ ਗਿਆਨ ਦਿੱਤਾ ਵੀ ਸਿੱਖਾ ਏਦਾਂ ਕਰ, ਫਿਰ ਗੱਲ ਬਣਨੀ ਸ਼ੁਰੂ ਹੋਈ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਕਥਨੇ ਕਹੇ ਨ ਛੁੱਟੀ ਹੈ, ਨਾ ਪੜ੍ਹ ਪੁਸਤਕ ਭਾਰ, ਕਾਇਆ ਸੋਚ ਨ ਪਾਈ ਹੈ। ਜੇ ਕੋਈ ਕਹੇ ਕਿ ਮੈਂ ਨਹਾ ਕੇ ਪਵਿੱਤਰ ਹੋ ਜਾਵਾਂ ਤਾਂ ਮੁਕਤ ਹੋ ਜਾਵਾਂਗਾ, ਤਾਂ ਸੋਚੈ ਸੋਚ ਨਾ ਹੋਵੇ। ਬਾਹਰੀ ਸੋਚ ਪਵਿੱਤਰਤਾ ਕਰਨ ਨਾਲ ਜੇ ਦਿਮਾਗ ਦੇ ਵਿੱਚ ਸੋਚ ਨਹੀਂ ਆਈ, ਸੱਚ ਨਹੀਂ ਆਇਆ, ਤੇ ਬਾਹਰਲੀ ਸੋਚ ਸੁੱਚਤਾ ਬੇਕਾਰ ਹੈ, ਇਹਦਾ ਕੋਈ ਫਾਇਦਾ ਨਹੀਂ। ਕਾਇਆ ਸੋਚ ਨਾ ਪਾਈ ਹੈ। ਜਿਵੇਂ ਬੁੱਲੇ ਸ਼ਾਹ ਕਹਿੰਦਾ, ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਤਾਂ ਮਿਲਦਾ ਡੱਡੂਆਂ ਮੱਛੀਆਂ, ਜੇ ਰੱਬ ਮਿਲਦਾ ਜੰਗਲ ਜਾਇਆ ਤਾਂ ਮਿਲਦਾ ਮਿਰਗਾਂ ਵੱਛੀਆਂ ਜੰਗਲੀ ਜਾਨਵਰਾਂ ਨੂੰ। ਜੇ ਰੱਬ ਮਿਲਦਾ ਜੰਗਲ ਜਾਇਆ ਮਿਲਦਾ ਮਿਰਗਾ ਵੱਛੀਆਂ। ਬੋਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਹੱਛੀਆਂ। ਜੇ ਨੀਤ ਹੀ ਨਹੀਂ ਬਦਲੀ ਤੇ ਬਾਹਰੀ ਤੌਰ ਤੇ ਸਾਰੇ ਹੀ ਕਰਮਕਾਂਡ ਬੇਕਾਰ ਹੋ ਗਏ। ਕੋਈ ਸਤਨਾਮ, ਸਾਰੇ ਧਰਮ ਦੇ ਜਿਹੜੇ ਕਰਮਕਾਂਡ ਕਰਦੇ ਆ ਇਹ ਸਭ ਖਤਮ ਹੋ ਗਏ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਆਓ ਕਾਇਆ ਸੋਚ ਨ ਪਾਈਆ ਬਿਨ ਹਰ ਭਗਤ ਪਿਆਰ, ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ।
ਪ੍ਰੇਮ ਦੀ ਵੀ ਲੋੜ ਹੈ ਤੇ ਭਗਤੀ ਦੀ ਵੀ ਲੋੜ ਹੈ ਤੇ ਪਿਆਰ ਦੀ ਵੀ ਲੋੜ ਹੈ ਤੇ ਪਿਆਰ ਦੁਨੀਆ ਨਾਲ ਵੀ ਕਰਨਾ ਹੈ, ਸੰਸਾਰ ਨਾਲ ਵੀ ਕਰਨਾ ਹੈ, ਜੀਵਾਂ ਨਾਲ ਵੀ ਕਰਨਾ ਹੈ। ਜਿਵੇਂ ਭਾਈ ਕਨ੍ਹਈਆ ਜੀ ਨੇ ਪਿਆਰ ਕੀਤਾ ਜੰਗ ਦੇ ਮੈਦਾਨ 'ਚ ਪਾਣੀ ਪਿਆਉਂਦਿਆਂ ਹੋਇਆਂ, ਐਸਾ ਪ੍ਰੇਮ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ। ਤੇ ਜਦੋਂ ਇਹ ਪ੍ਰੇਮ ਕਰਦੇ ਕਰਦੇ ਨਾਮ ਨਾਲ ਵੀ ਜੁੜਾਂਗੇ, ਸ੍ਰਿਸ਼ਟੀ ਨੂੰ ਵੀ ਪਰਮੇਸ਼ਰ ਦਾ ਘਰ ਜਾਣ ਕੇ ਇਹਦੇ ਨਾਲ ਪਿਆਰ ਕਰਾਂਗੇ, ਕੁਦਰਤ ਦੇ ਵਿੱਚ ਵਸਿਆ ਉਹਨੂੰ ਦੇਖਾਂਗੇ, ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ, ਜਦ ਉਹਦੇ ਨਾਲ ਜੁੜਾਂਗੇ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ, ਉਹ ਪਰਮੇਸ਼ਰ ਮਿਲਾ ਲਵੇਗਾ। ਇਹ ਸੀ ਪਵਿੱਤਰ ਸ਼ਬਦ ਦੇ ਵਿਚਾਰ। ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਧਨ ਸ਼ਿੰਗਾਰੀਐ ਜੋਬਨ ਬਾਦ ਖੁਆਰ। ਜੇ ਮਾਲਕ ਦੇ ਨਾਲ ਪਿਆਰ ਨਹੀਂ ਤੇ ਫਿਰ ਤੇਰੇ ਸ਼ਿੰਗਾਰ ਤੇ ਨਹੀਂ ਰੀਝਣਾ, ਤੇਰੇ ਧਾਰਮਿਕ ਚਿੰਨ੍ਹਾਂ ਤੇ ਨਹੀਂ ਰੀਝਣਾ ਵੀ ਇਹਨੇ 2 ਜਾਂ 3 ਕਿਰਪਾਨਾਂ ਪਾਈਆਂ, ਇਹਨੇ 2 ਜਾਂ 3 ਜਨੇਊ ਪਾਏ ਐ, ਇਹਨੇ ਸੁਨਤ ਕੀਤੀ ਹੈ। ਇਹਨਾਂ ਚੀਜ਼ਾਂ ਤੇ ਉਹ ਨਹੀਂ ਰੀਝਦਾ, ਉਹ ਸੱਚ ਨੂੰ ਵੇਖਦਾ ਹੈ। ਕਹੋ ਸਤਿਨਾਮ। ਹਾਂ, ਗੁਰਮਤਿ ਵਿੱਚ ਆਉਣ ਲਈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਆਰਿਓ ਰਸਤਾ ਦਿੱਤਾ ਸਾਨੂੰ, ਉਹ ਧਾਰਨ ਕਰਨਾ ਜ਼ਰੂਰੀ ਹੈ। ਪਰ ਇਹ ਨਹੀਂ ਹੈ ਕਿ ਅੰਮ੍ਰਿਤ ਛਕ ਲਿਆ ਤੇ ਉਦੋਂ ਬਾਅਦ ਕੁਛ ਨਹੀਂ ਕਰਨਾ। ਅੰਮ੍ਰਿਤ ਛਕਣਾ, ਗੁਰਮਤਿ ਵਿੱਚ ਦਾਖਲਾ ਲੈਣਾ ਹੈ, ਕਰਨਾ ਤਾਂ ਉਦੋਂ ਅੱਗੇ ਹੈ ਸਿਮਰਨ ਤੇ ਸਿਮਰਨ। ਜੇ ਸੇਵਾ ਤੇ ਸਿਮਰਨ ਨਹੀਂ ਕੀਤਾ ਤੇ ਫਿਰ ਉਸੇ ਤਰ੍ਹਾਂ ਹੀ ਹੋ ਸਕਦਾ ਜਿਵੇਂ ਕੋਈ ਬੱਚਾ ਦਾਖਲ ਤਾਂ ਹੋ ਜੇ ਸਕੂਲੇ ਪਰ ਪੜ੍ਹਨ ਵਾਸਤੇ ਜਾਵੇ ਹੀ ਨਾ। ਕਹੋ ਸਤਿਨਾਮ ਸ੍ਰੀ। ਇਹ ਗੁਰਮਤਿ ਦੀ ਪੜ੍ਹਾਈ ਹੈ। ਸੇਵਾ ਸਿਮਰਨ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਇਹ ਪੜ੍ਹਾਈ ਵੀ ਕਰਨੀ ਪੈਣੀ ਆ, ਦਾਖਲਾ ਲੈ ਕੇ। ਗੁਰੂ ਵਾਲੇ ਬਣਨਾ ਵੀ ਜ਼ਰੂਰੀ ਹੈ। ਗੁਰੂ ਨੂੰ ਪੁੱਛ ਕੇ ਫਿਰ ਕੀ ਕਰਨਾ ਇਹ ਕਰਨਾ ਵੀ ਜ਼ਰੂਰੀ ਹੈ। ਪ੍ਰੀਤਮ ਜੀ ਕਹਿੰਦੇ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ। ਜੋ ਗੁਰੂ ਨੇ ਨਾਮ ਦੀ ਦਾਤ ਦਿੱਤੀ ਹੈ ਉਹ ਵੀ ਨਹੀਂ ਵਿਸਾਰਨਾ, ਸੇਵਾ ਸਿਮਰਨ ਵੀ ਕਰਨਾ ਹੈ, ਦੁਨੀਆ ਨਾਲ ਪ੍ਰੇਮ ਵੀ ਕਰਨਾ ਹੈ। ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੀਤਮ ਜੀ ਬੜਾ ਸੋਹਣਾ ਸਾਡਾ ਇੱਕ ਮੈਥਣ ਬਣਾ ਕੇ ਦਿੰਦੇ ਹਨ। ਕਹਿੰਦੇ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ। ਸੀਲ ਸੰਤੋਖ ਸਦਾ ਨਿਰਭਾਇਬੋ ਹਵੈਬੋ ਤ੍ਰੈ ਗੁਣ ਅਤੀਤ। ਕਾਮ ਕ੍ਰੋਧ ਅਹੰਕਾਰ ਲੋਭ ਹਠ ਮੋਹ ਨ ਮਨ ਸਿਓ ਲਿਆਵੈ। ਕਾਬਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ ਕਿੰਨਾ। ਸੌਖਾ ਛੋਟੇ ਜਿਹੇ ਸ਼ਬਦ ਵਿੱਚ ਪੂਰਾ ਹੀ ਗਿਆਨ ਸਤਿਗੁਰਾਂ ਨੇ ਭਰ ਕੇ ਦੇ ਦਿੱਤਾ। ਗੁਰੂ ਕਿਰਪਾ ਕਰਨ। ਇਹ ਸੀ ਇਹ ਸ਼ਬਦ ਦੇ ਵਿਚਾਰ ਜੋ ਆਪਾਂ ਨੇ ਲਗਭਗ 58 ਤੋਂ 59 ਤੱਕ ਸਰਵਣ ਕੀਤੀ। ਅਗਲਾ ਸ਼ਬਦ ਹੈ ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ। ਭਾਵ ਰਤਨ ਤੋਂ ਭਾਵ ਕੋਈ ਪੱਥਰ ਦੇ ਕੰਚ ਦੇ ਹੀਰੇ ਮੋਤੀ ਨਹੀਂ। ਇੱਥੇ ਰਤਨ ਤੋਂ ਭਾਵ ਹੈ ਰਤਨਾਂ ਵਰਗੇ ਮਹਿੰਗੇ ਵਿਚਾਰ ਗੁਰੂ ਕੋਲੋਂ ਮਿਲਣਗੇ। ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ। ਮਨ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰ। ਗੁਰੂ ਨੂੰ ਮਨ ਸੌਂਪ ਦਿਓ, ਭਾਵ ਮਨ ਮਤ ਛੱਡ ਦਿਓ ਔਰ ਗੁਰੂ ਦੇ ਕੋਲੋਂ ਵਿਚਾਰ ਨੂੰ ਪ੍ਰਾਪਤ ਕਰ ਲਓ। ਤੁਹਾਨੂੰ ਹਰ ਥਾਂ ਤੋਂ ਪਿਆਰ ਪ੍ਰੇਮ ਮਿਲ ਸਕਦਾ ਹੈ। ਮੁਕਤ ਪਦਾਰਥ ਪਾਈਐ ਔਗੁਣ ਮੇਟਨ ਹਾਰ। ਗੁਰੂ ਦੇ ਕੋਲੋਂ ਹੀ ਉਹ ਨਾਮ ਦੀ ਦਾਤ ਔਗੁਣਾਂ ਨੂੰ ਖਤਮ ਕਰਨ ਵਾਲੀ ਤੈਨੂੰ ਮਿਲ ਸਕਦੀ ਹੈ ਅਤੇ ਫਿਰ ਤੇਰੇ ਔਗਣਾਂ ਦਾ ਖਾਤਮਾ ਹੋ ਕੇ ਪਰਮੇਸ਼ਰ ਵਿੱਚ ਮਿਲਾਪ ਹੋ ਸਕਦਾ ਹੈ। ਇਹ ਸੀ ਅੱਜ ਦੇ ਸ਼ਬਦਾਂ ਦੇ ਵਿਚਾਰ। ਅਗਲੇ ਸ਼ਬਦ ਦੇ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ।